ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼੍ਰੀ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨਾ ਵਾਹਿਗੁਰੂ ਜੀ ਕੀ ਫਤਿਹ। ਭੋਜਨ ਬਿਨਾਸਨ ਸੋਏ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਰਹਿਮਤਾਂ ਦੇ ਸਾਗਰ ਮੀਰੀ ਪੀਰੀ ਦੇ ਮਾਰਗ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ ਦੇ ਉੱਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਚਰਨ ਪਾਸ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਸਤ ਸੰਗਤ ਦੀਆਂ ਅਮੋਲਕ ਘੜੀਆਂ ਬਖਸ਼ਿਸ਼ ਹੋਈਆਂ ਨੇ। ਪਿਛਲੇ ਸਮੇਂ ਤੋਂ ਗੁਰਮਤਿ ਇਤਿਹਾਸ ਸ਼੍ਰਵਣ ਕਰ ਰਹੇ ਹੋ। ਆਓ ਵਿਚਾਰਾਂ ਦੀ ਪ੍ਰਗਟਤਾ ਤੋਂ ਪਹਿਲਾਂ ਗੁਰਦੇਵ ਸਤਿਗੁਰਾਂ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ ਦੁਹਰਾਈਏ ਪਾਈਏ ਆਗਿਆ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮੁਨਾਫਿਕ ਦੇਸ਼ ਦੇ ਅੰਦਰ ਜਿਹੜੇ ਭੋਲੇ ਭਾਲੇ ਕਿਸਾਨ ਹਨ ਮਹਾਰਾਜ ਉਹਨਾਂ ਦਾ ਹੀ ਤਾਰਦੇ ਨੇ, ਉਹਨਾਂ ਦੀਆਂ ਸੁੱਕੀਆਂ ਖੇਤੀਆਂ ਨੂੰ ਹਰਿਆ ਕਰਦੇ ਨੇ, ਉਹਨਾਂ ਨੂੰ ਬਹੁਤਾ ਸੁੱਖ ਦੇ ਕਰਕੇ ਸਿੱਖੀ ਵਿੱਚ ਪਰਪੱਕ ਕਰਕੇ ਮਹਾਰਾਜ ਅੱਗੇ ਚੱਲਦੇ ਨੇ। ਅੱਗੇ ਚੱਲਦਿਆਂ ਇੱਕ ਨਗਰ ਆਉਂਦਾ ਹੈ। ਮਹਾਰਾਜ ਉਸ ਨਗਰ ਦੇ ਬਾਹਰ ਬਾਹਰ ਵਿਰਾਜਦੇ ਨੇ। ਨਗਰ ਦਿਆਂ ਲੋਕਾਂ ਨੂੰ ਜਦੋਂ ਪਤਾ ਲੱਗਦਾ ਹੈ ਕਿ ਕੁਝ ਸਾਧੂ ਨਗਰ ਤੋਂ ਬਾਹਰ ਵਿਰਾਜੇ ਹੋਏ ਨੇ,
ਆਪਣੀਆਂ ਸ਼ਰਧਾ ਭਾਵਨਾ ਅਨੁਸਾਰ ਸਤਿਗੁਰਾਂ ਤਾਈਂ ਭੇਟਾਵਾਂ ਲੈ ਕਰਕੇ ਭੋਜਨ ਲੈ ਕਰਕੇ ਜਾਂਦੇ ਨੇ, ਛਕਾਉਂਦੇ ਨੇ ਅਤੇ ਕੁਝ ਕੁ ਦਿਨਾਂ ਬਾਅਦ ਆਪਣਾ ਸਾਰਾ ਸਾਜੋ ਸਮਾਨ ਗੱਡਿਆਂ ਉੱਪਰ ਲੱਦ ਕਰਕੇ ਨਗਰ ਨੂੰ ਛੱਡਦੇ ਨੇ। ਜਦੋਂ ਨਗਰ ਨੂੰ ਛੱਡ ਕਰਕੇ ਜਾਂਦੇ ਨੇ ਤੇ ਗੁਰੂ ਨਾਨਕ ਦੇਵ ਜੀ ਉਹਨਾਂ ਤੋਂ ਪੁੱਛਦੇ ਨੇ ਕਿ ਭਾਈ ਐਸਾ ਕਿਹੜਾ ਦੁੱਖ ਹੈ ਜਿਸ ਕਾਰਨ ਤੁਸੀਂ ਆਪਣੇ ਨਗਰ ਨੂੰ ਛੱਡ ਰਹੇ ਹੋ। ਸੁਖੀ ਵਸਦੇ ਨਗਰ ਨੂੰ ਆਪਣੇ ਹੱਥੀਂ ਉਜਾੜ ਰਹੇ ਹੋ। ਇਸ ਚੀਜ਼ ਦਾ ਡਰ ਤੁਹਾਨੂੰ ਕਿਸੇ ਰਾਜੇ ਦਾ ਡਰ ਹੈ ਜੋ ਇਸ ਵਾਰ ਆਪ ਜੀਆਂ ਤੇ ਹਮਲਾ ਕਰੇਗਾ। ਹੱਥ ਜੋੜ ਕਰਕੇ ਕਹਿਣ ਲੱਗੇ, ਮਹਾਰਾਜ ਕਿਸੇ ਰਾਜੇ ਦਾ ਤਾਂ ਡਰ ਨਹੀਂ, ਪਰ ਸਾਡੇ ਨਗਰ ਦੇ ਵਿੱਚ 6 ਮਹੀਨਿਆਂ ਬਾਅਦ ਮਹਾਰਾਜ ਆਪਣੇ ਆਪ ਅੱਗ ਲੱਗ ਜਾਂਦੀ ਹੈ ਤੇ ਸਾਰਾ ਹੀ ਨਗਰ ਸੜ ਕੇ ਸਵਾਹ ਹੋ ਜਾਂਦਾ ਹੈ। ਇਸ ਲਈ ਆਪਣੇ ਸਾਧੂ ਸਮਾਨ ਨੂੰ ਬਚਾਉਣ ਵਾਸਤੇ, ਪਦਾਰਥਾਂ ਨੂੰ ਬਚਾਉਣ ਵਾਸਤੇ ਅਤੇ ਆਪਣੀ ਜਾਨ ਨੂੰ ਬਚਾਉਣ ਵਾਸਤੇ ਮਹਾਰਾਜ ਅਸੀਂ ਕੁਝ ਦਿਨ ਇਸ ਨਗਰ ਤੋਂ ਬਾਹਰ ਚਲੇ ਜਾਂਦੇ ਹਾਂ। ਇਸ ਨਗਰ ਵਿੱਚ ਅੱਗ ਲੱਗਦੀ ਹੈ, ਸਾਡੇ ਘਰ ਤਾਂ ਸੜ ਜਾਂਦੇ ਨੇ, ਪਰ ਸਾਡਾ ਔਰ ਸਾਡੇ ਅਨਾਜ ਦਾ, ਧਨ ਪਦਾਰਥਾਂ ਦਾ ਬਚਾਅ ਹੋ ਜਾਂਦਾ ਹੈ। ਫਿਰ ਕੁਝ ਦਿਨਾਂ ਬਾਅਦ ਮਹਾਰਾਜ ਅਸੀਂ ਵਾਪਸ ਆ ਜਾਂਦੇ ਹਾਂ, ਦੁਬਾਰੇ ਆ ਕਰਕੇ ਆਪਣੇ ਘਰ ਆ ਲੈਂਦੇ ਹਾਂ, ਫਿਰ ਨਗਰ ਵਸ ਜਾਂਦਾ ਹੈ। ਜਦੋਂ ਐਸੀ ਦੁਖਦਾਈ ਘਟਨਾ ਗੁਰੂ ਨਾਨਕ ਦੇਵ ਜੀਆਂ ਨੂੰ ਸੁਣਾ ਰਹੇ ਸਨ, ਉਹ ਨਗਰ ਦੇ ਲੋਕ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਭਾਈ ਗੁਰੂ ਦੇ ਸਿੱਖ ਬਣੋ, ਪਰਮੇਸ਼ਰ ਦਾ ਨਾਮ ਜਪੋ, ਜਿਹਦੇ ਹੁਕਮ ਦੇ ਅੰਦਰ ਇਹ ਸਾਰੀ ਸ੍ਰਿਸ਼ਟੀ ਹੈ, ਜਿਹਦੇ ਹੁਕਮ ਦੇ ਅੰਦਰ ਇਹ ਆਦਿਕ ਜੋ ਵੀ ਇਹਦੇ ਪਦਾਰਥ ਹਨ। ਮਹਾਰਾਜ ਕਹਿੰਦੇ ਸਾਰਾ ਕੁਝ, ਸਾਰਾ ਵਰਤਾਰਾ ਉਹਨਾਂ ਦੇ ਹੁਕਮਾਂ ਵਿੱਚ ਵਰਤਦਾ। ਉਸ ਪਰਮੇਸ਼ਰ ਦਾ ਨਾਮ ਜਪੋ ਤੇ ਨਗਰ ਨੂੰ ਛੱਡ ਕੇ ਜਾਣ ਦੀ ਕਿਤੇ ਵੀ ਲੋੜ ਨਹੀਂ। ਇੱਦਾਂ ਸਤਿਗੁਰਾਂ ਦੇ ਪਵਿੱਤਰ ਬਚਨ ਸੁਣ ਕਰਕੇ ਇਹ ਨਗਰ ਦੇ ਲੋਕ ਵਾਪਸ ਆਪਣੇ ਨਗਰ ਵਿੱਚ ਤਾਂ ਨਹੀਂ ਗਏ, ਹੌਸਲਾ ਕਰਕੇ ਗੁਰੂ ਨਾਨਕ ਦੇਵ ਜੀਆਂ ਦੇ ਕੋਲ ਬੈਠੇ ਨੇ। ਆਪਣਾ ਸਾਰਾ ਸਾਜੋ ਸਮਾਨ ਗੱਡਿਆਂ ਦੇ ਉੱਪਰੋਂ ਲਾਇਆ ਹੈ ਤੇ ਗੁਰੂ ਨਾਨਕ ਦੇਵ ਜੀਆਂ ਦੇ ਪਾਸ ਵਿਰਾਜ ਗਏ। ਇਸ ਪ੍ਰਕਾਰ ਮਨਾਂ ਦੇ ਵਿੱਚ ਇਹਨਾਂ ਦੇ ਕਈ ਪ੍ਰਕਾਰ ਦੇ ਸ਼ੰਕੇ ਨੇ ਕਿ ਅੱਗੇ ਨਗਰ ਨੂੰ ਛੱਡ ਕੇ ਚਲੇ ਜਾਂਦੇ ਸੀ, ਸਾਡਾ ਬਚਾਅ ਹੋ ਜਾਂਦਾ ਸੀ। ਹੁਣ ਇਸ ਸੰਤ ਦੀ ਗੱਲ ਮੰਨ ਕਰਕੇ ਇੱਥੇ ਰਹਿ ਨਾ ਪਾਏ, ਹੁਣ ਕੀ ਭਾਵਨਾ ਵਰਤੇਗਾ ਇਹ ਪਰਮੇਸ਼ਰ ਜਾਣਦਾ ਹੈ। ਇਹਦਾ ਮਨਾਂ ਦੇ ਅੰਦਰ ਸ਼ੰਕੇ ਧਾਰਨ ਕਰਕੇ ਗੁਰੂ ਨਾਨਕ ਦੇਵ ਜੀਆਂ ਪਾਸ ਬਰਾਜੇ ਹੋਏ ਨੇ। ਇੱਥੋਂ ਤੱਕ ਕੱਲ ਦੀਆਂ ਕਥਾ ਵਿਚਾਰਾਂ ਆਈਆਂ ਸਨ। ਆਓ ਇਸ ਪ੍ਰਕਾਰ ਅੱਗੇ ਇਤਿਹਾਸ ਆਉਂਦਾ ਹੈ, ਪੂਰਨ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਸਬਕੇ ਨਾਰ ਨਰ ਗੁਰ ਟਿਕ ਬੈਸੇ। ਜੋ ਨਗਰ ਦੇ ਵਸਣ ਵਾਲੇ ਔਰਤ ਪੁਰਸ਼ ਹਨ, ਸਾਰੇ ਹੀ ਗੁਰੂ ਨਾਨਕ ਦੇਵ ਜੀਆਂ ਦਾ ਹੁਕਮ ਮੰਨ ਕੇ, ਬਚਨ ਮੰਨ ਕੇ ਸਤਿਗੁਰਾਂ ਦੇ ਕੋਲ ਨਗਰ ਤੋਂ ਬਾਹਰ ਵਿਰਾਜੇ ਨੇ। ਨਾਮ ਜਪੋ ਐਸੇ ਉਪਦੇਸੀ। ਗੁਰੂ ਨਾਨਕ ਦੇਵ ਜੀ ਸਾਰਿਆਂ ਦਾ ਹੀ ਉਪਦੇਸ਼ ਦਿੰਦੇ ਨੇ, ਭਾਈ ਪਰਮੇਸ਼ਰ ਦਾ ਵਾਹਿਗੁਰੂ ਦਾ ਨਾਮ ਜਪਣਾ ਕਰੋ। ਧਾਰ ਅਗਨ ਕਰ ਕਾਜ ਨਿਜ ਸਦਮਾ। ਇਸ ਪ੍ਰਕਾਰ ਅੱਗ ਤੋਂ ਡਰਦੇ ਹੋਏ ਨਗਰ ਦੇ ਲੋਕ ਆਪਣਿਆਂ ਘਰਾਂ ਨੂੰ ਛੱਡ ਕਰਕੇ ਹੋਏ ਨਿਕਟ ਸ੍ਰੀ ਗੁਰ ਪਦ ਪਦਮਾ। ਗੁਰੂ ਨਾਨਕ ਦੇਵ ਜੀਆਂ ਦੇ ਚਰਨਾਂ ਦੇ ਪਾਸ ਵਿਰਾਜੇ ਨੇ। ਤਾਰਿਕ ਦੈਤ ਰੂਪ ਵਿਕਰਾਰਾ। ਇੰਨੇ ਕੁ ਸਮੇਂ ਨੂੰ ਇੱਕ ਦੈਤ ਪ੍ਰਗਟ ਹੋਇਆ ਹੈ ਜਿਸ ਦਾ ਸਰੂਪ ਬੜਾ ਭਿਆਨਕ ਹੈ। ਆਪ ਨਰ ਨਾਰੀਨ ਨਿਹਾਰਾ। ਇਸ ਪ੍ਰਕਾਰ ਸਤਿਗੁਰਾਂ ਦੇ ਪਾਸ ਬੈਠੇ ਸਾਰੇ ਔਰਤ ਔਰ ਪੁਰਸ਼ਾਂ ਨੇ ਇਸ ਦੈਤ ਨੂੰ ਆਉਂਦਿਆਂ ਵੇਖਿਆ ਹੈ। ਭਗਵਤਾਲ ਸੀਸ ਨਵਧਾਰੀ। ਇਸ ਦਾ ਬੜਾ ਵੱਡਾ ਸਰੂਪ ਹੈ, ਜਾਨੋਂ ਪੈਰ ਪਤਾਲ ਔਰ ਜਿਹੜਾ ਸਿਰ
ਉਹ ਅਸਮਾਨ ਵਿੱਚ ਹੋਵੇ ਜੀ। ਲੋਭਤ ਸਮ ਭਯੰਕਰ ਭਾਰੀ ਤੇ ਜਿਵੇਂ ਲੋਹਾ ਤਪਿਆ ਹੁੰਦਾ ਹੈ ਨਾ, ਏਦਾਂ ਭੂਰੇ ਰੰਗ ਦੇ ਇਹਦੇ ਦਾੜਾ ਹੈ ਔਰ ਸਿਰ ਦੇ ਕੇਸ ਹਨ। ਨਾਰਦ ਵੈਸੇ ਰਾਖਸ ਤੇ ਤੇਰੇ ਜਦੋਂ ਇਸ ਪ੍ਰਕਾਰ ਸਾਰੇ ਨਗਰ ਦੇ ਲੋਕ ਨਗਰ ਤੋਂ ਬਾਹਰ ਬਾਹਰ ਬੈਠੇ ਇਸ ਦੈਂਤ ਨੇ ਵੇਖੇ ਨੇ। ਅਗਨ ਨੈਣ ਕੀਏ ਕ੍ਰੋਧ ਘਨੇਰੇ ਤੇ ਬੜਾ ਗੁੱਸੇ ਵਿੱਚ ਆਇਆ ਹੈ ਨਗਰ ਦੇ ਲੋਕਾਂ ਨੂੰ ਵੇਖ ਕਰਕੇ, ਜਾਣੋ ਅੱਖਾਂ ਵਿੱਚ ਲਹੂ ਉਤਰ ਆਇਆ ਹੋਵੇ, ਅੱਗ ਬਲਦੀ ਹੋਵੇ। ਦਾਨ ਮਮ ਤਿਆਗ ਰਹੇ ਇਹ ਥਾਈ ਤੇ ਮਨ ਦੇ ਵਿੱਚ ਸੋਚਦਾ ਹੈ ਕਿ ਲੱਗਦਾ ਮੇਰਾ ਡਰ ਇਹਨਾਂ ਦੇ ਮਨਾਂ ਵਿੱਚੋਂ ਨਿਕਲ ਗਿਆ, ਮੇਰਾ ਹੁਣ ਡਰਨਾ ਹੀ ਮੰਨਦੇ, ਇਸ ਲਈ ਨਗਰ ਨੂੰ ਛੱਡ ਕੇ ਨਹੀਂ ਗਏ, ਨਗਰ ਤੋਂ ਬਾਹਰ ਹੀ ਵਿਰਾਜੇ ਨੇ। ਤਜੋ ਨ ਅਬ ਇਨ ਲਿਓ ਬਚਾਈ ਤੇ ਗੁੱਸੇ ਦੇ ਵਿੱਚ ਆ ਕੇ ਕਹਿਣ ਲੱਗਾ ਕਿ ਹੁਣ ਇਹਨਾਂ ਨੂੰ ਛੱਡਾਂਗਾ ਨਹੀਂ, ਇਹਨਾਂ ਨੂੰ ਕੱਚਿਆਂ ਨੂੰ ਚਬਾ ਜਾਵਾਂਗਾ। ਦੋਮਰਾ ਦਾਰੁਣ ਦੀਰਘ ਦਾਤ ਖਲ ਇਸ ਪ੍ਰਕਾਰ ਉਹ ਮੂਰਖ ਜਿਹੜਾ ਦੰਦ ਹੈ ਨਾ, ਉਹਦੇ ਬੜੇ ਭਾਰੀ ਵੱਡੇ ਤਿੱਖੇ ਦੰਦ ਹਨ। ਔਸਤ ਚਾਕਤ ਜੀਭ ਇਸ ਪ੍ਰਕਾਰ ਮਨੁੱਖਾਂ ਨੂੰ ਵੇਖ ਕਰਕੇ ਜਿਨ੍ਹਾਂ ਦਾ ਖੂਨ ਪੀਣਾ ਹੈ ਤੇ ਜੀਭਾਂ ਮਾਰਦਾ ਹੈ। ਹਾਥ ਵਿਖੇ ਜਵਲਦੀ ਅਗਨ ਤੇ ਹੱਥਾਂ ਦੇ ਵਿੱਚ ਬਲਦੀ ਹੋਈ ਅੱਗ ਫੜੀ ਹੋਈ ਹੈ, ਜਿਸ ਦੇ ਨਾਲ ਇਹ ਸਾਰਾ ਨਗਰ ਸਾੜ ਦਿੰਦਾ ਸੀ। ਨਾਰਦ ਦੁਖਦਾਨੀ ਦੀਪ ਇਸ ਪ੍ਰਕਾਰ ਮਨੁੱਖਾਂ ਨੂੰ ਬਹੁਤਾ ਦੁੱਖ ਦਿੰਦਾ ਸੀ ਜੀ। ਜੋ ਭਈ ਡਰੇ ਲੋਕ ਜਾਨੀ ਮ੍ਰਿਤ ਆਈ ਤੇ ਜਿਹੜੇ ਲੋਕ ਹਨ ਉਹ ਪੂਰਨ ਤੌਰ ਤੇ ਡਰ ਗਏ, ਦੈਂਤ ਨੂੰ ਵੇਖ ਕਰਕੇ ਡਰੇ ਨੇ ਤੇ ਆਪਸ ਦੇ ਵਿੱਚ ਗੱਲਾਂ ਕਰਦੇ ਕਹਿੰਦੇ ਨੇ, ਲੱਗਦਾ ਹੈ ਇਸ ਵਾਰ ਸਾਡੀ ਮੌਤ ਆਈ ਹੈ। ਪੀਤ ਭਏ ਮੁਖ ਥੂਕ ਸੁਕਾਈ ਇਸ ਪ੍ਰਕਾਰ ਡਰਦੇ ਨਾਲ ਜਿਹੜੇ ਮੂੰਹ ਦੇ ਰੰਗ ਪੀਲੇ ਪੈ ਗਏ, ਜਾਣੋ ਡਰਦਿਆਂ ਤੋਂ ਮੂੰਹ ਦਾ ਜਿਹੜਾ ਥੁੱਕ ਹੈ ਉਹ ਵੀ ਸੁੱਕਿਆ ਹੈ। ਸੁਖਦੇ ਤਨ ਕੰਪਤ ਬਿਨ ਚੈਨਾ ਤੇ ਡਰਦੇ ਹੋਏ ਇਕੱਠੇ ਹੀ ਹੋਈ ਜਾਂਦੇ ਨੇ ਤੇ ਇਸ ਪ੍ਰਕਾਰ ਜਿਹੜਾ ਸਰੀਰ ਆ ਉਹ ਕੰਪਣ ਲੱਗਾ ਹੈ। ਦੇਖ ਨ ਸਕਹਿ ਮੁੰਦ ਲਿਏ ਨੈਣਾ ਤੇ ਇਸ ਭਿਆਨਕ ਦੈਂਤ ਦੇ ਸਰੂਪ ਨੂੰ ਦੇਖ ਨਹੀਂ ਸਕਦੇ, ਡਰਦੇ ਹੋਇਆਂ ਨੇ ਅੱਖਾਂ ਬੰਦ ਕੀਤੀਆਂ ਨੇ। ਕਹਲੇ ਪਰਸ ਪਰ ਆਪ ਕਾ ਮਰਨਾ ਤੇ ਇਸ ਪ੍ਰਕਾਰ ਆਪਸ ਦੇ ਵਿੱਚ ਗੱਲਾਂ ਕਰਦੇ ਕਹਿੰਦੇ ਨੇ ਕਿ ਅਸੀਂ ਇਹਨਾਂ ਸੰਤਾਂ ਦੇ ਕੋਲ ਬੈਠ ਕੇ ਆਪ ਹੀ ਮੌਤ ਚੁਣੀ ਹੈ। ਜਾਵਨ ਕਿਤੇ ਚਰਨ ਕੀ ਸਰਨਾ ਤੇ ਹੁਣ ਕਿਹਦੇ ਚਰਨਾਂ ਦੀ ਸ਼ਰਨ ਵਿੱਚ ਜਾਵਾਂਗੇ ਜੋ ਸਾਨੂੰ ਇਸ ਦੈਂਤ ਤੋਂ ਬਚਾਵੇਗਾ। ਆਗੇ ਘਰ ਜਲਨੇ ਕੀ ਚਿੰਤਾ ਅੱਗੇ ਤਾਂ ਸਰਬ ਘਰ ਹੀ ਸੜਦੇ ਸਨ, ਘਰਾਂ ਨੂੰ ਸੜਨ ਦੀ ਚਿੰਤਾ ਹੁੰਦੀ ਸੀ। ਅਬ ਜਾਨੀ ਕਾ ਪ੍ਰਾਨਨ ਅੰਤਾ ਤੇ ਹੁਣ ਤਾਂ ਏਦਾਂ ਲੱਗਦਾ ਹੈ ਕਿ ਘਰਾਂ ਦੇ ਨਾਲ ਨਾਲ ਸਾਡੇ ਸਵਾਸ ਵੀ ਸੜ ਜਾਣ। ਜਿੱਥੇ ਨਗਰ ਦਾ ਅੰਤ ਹੋਵੇਗਾ ਨਾ, ਉੱਥੇ ਸਾਡੇ ਸਵਾਸਾਂ ਦਾ ਵੀ ਅੰਤ ਹੋ ਜਾਵੇਗਾ। ਭਾਗ ਜਾਇ ਤੇ ਹਮ ਇਹ ਗੱਲ ਬਸ ਇਸ ਲਈ ਇਸ ਦੈਂਤ ਤੋਂ ਡਰਦੇ ਹੋਏ ਇਹ ਸਮੇਂ ਅਸੀਂ ਇਸ ਨਗਰ ਚੋਂ ਦੌੜ ਜਾਂਦੇ ਸੀ। ਕਹਿ ਰਾਖੇ ਇਨਸੰਤ ਕਿਰਪਾਲਾ ਤੇ ਪਰ ਇਸ ਵਾਰ ਇਹਨਾਂ ਸੰਤਾਂ ਦੀਆਂ ਗੱਲਾਂ ਵਿੱਚ ਆ ਗਏ ਤੇ ਇਹਨਾਂ ਨੇ ਆਪਣੇ ਕੋਲ ਹੀ ਰੱਖਿਆ ਹੈ। ਕੋ ਜਾਣਹਿ ਅਬ ਗੋਬਿੰਦ ਹੋਵਹਿ ਤੇ ਹੁਣ ਤਾਂ ਪਰਮੇਸ਼ਰ ਹੀ ਜਾਣਦਾ ਹੈ ਸਾਡੇ ਨਾਲ ਕੀ ਬੀਤੇਗੀ। ਜੀਵਤ ਬੱਚੇ ਕੇ ਪ੍ਰਾਨਨ ਖੋਵਹਿ ਜਿਉਂਦੇ ਬਚ ਜਾਵਾਂਗੇ ਜਾਂ ਫਿਰ ਮੌਤ ਆਵੇਗੀ। ਦੋਹਰਾ ਨਰ ਨਾਰਨ ਕੋ ਦੇਖੋਰ ਇਹਦਾ ਡਰੇ ਹੋਏ ਲੋਕਾਂ ਨੂੰ ਵੇਖ ਕਰਕੇ ਸਤਿਗੁਰੂ ਜੀ ਜੇ ਕੰਪਤ ਪੈ ਭੀਤ ਜਿਨ੍ਹਾਂ ਲੋਕਾਂ ਦੇ ਡਰ ਦੇ ਨਾਲ ਸਰੀਰ ਕੰਬ ਰਹੇ ਸਨ, ਕਰੂਰ ਦ੍ਰਿਸ਼ਟ ਤੈਤ ਦੇਸ਼ ਗੁਰੂ ਨਾਨਕ ਦੇਵ ਜੀਆਂ ਨੇ ਆਉਂਦੇ ਹੋਏ ਦੈਂਤ ਦੇ ਉੱਪਰ ਬੜੀ ਕਿਰਪਾ ਦ੍ਰਿਸ਼ਟੀ ਪਾਈ ਹੈ। ਕੀਨੀ ਹਾਰਨ ਅਨੀਤ ਮਹਾਰਾਜ ਜੀਆਂ ਨੇ ਜਿਹੜੇ ਦੈਂਤ ਦੇ ਅੰਦਰ ਖੋਟੀ ਕੀਤੀ
ਜੋ ਗੁੱਸੇ ਵਾਲਾ ਸੁਭਾਅ ਸੀ, ਈਰਖਾ ਵਾਲਾ ਸੁਭਾਅ ਸੀ, ਮਹਾਰਾਜ ਜੀਆਂ ਨੇ ਸਾਰਾ ਹੀ ਨਾਸ਼ ਕਰ ਦਿੱਤਾ ਹੈ। ਜੋ ਪਈ ਇਸੀ ਸਮੇਂ ਮਹਿ ਦੈਤ ਵਿਸਾਲਾ। ਜਦੋਂ ਸਤਿਗੁਰਾਂ ਦੀ ਐਸੀ ਕਿਰਪਾ ਦ੍ਰਿਸ਼ਟੀ ਉਸ ਦੈਤ ਉੱਪਰ ਪਈ ਹੈ, ਬਿਗਲ ਕਰਿਓ ਧਰਨੀ ਮੁਰਛਾਲਾ। ਤੇ ਬੜਾ ਵਿਆਕੁਲ ਹੋ ਕਰਕੇ, ਦੁਖੀ ਹੋ ਕਰਕੇ ਧਰਤੀ ਤੇ ਡਿੱਗਿਆ ਹੈ। ਹੋਤ ਪ੍ਰਾਪਨ ਕਾਰਜ ਕੋ, ਜਿਵੇਂ ਕੋਈ ਪੁਰਾਣਾ ਰੁੱਖ ਖੜਾ ਹੁੰਦਾ ਹੈ, ਪਵਨ ਵੇਗ ਸੋ ਉਖਰਤ ਸੋ। ਤੇ ਹਨੇਰੀ ਚੱਲਦੀ ਤੋਂ ਟੁੱਟ ਕੇ ਥੱਲੇ ਡਿੱਗ ਪੈਂਦਾ ਹੈ। ਤਿਸ ਵਿਦ ਗਿਰਿਓ ਭਿਆਨਕ ਭਾਰੀ। ਇਸ ਪ੍ਰਕਾਰ ਜਿਹੜਾ ਇਹ ਭਿਆਨਕ ਦੈਤ ਸੀ, ਬੜਾ ਭਾਰੀ ਡਿੱਗਿਆ ਹੈ। ਜਿਹ ਤਨ ਸਰਬ ਚੇਸ਼ਟਾ ਹਾਰੀ। ਮਾਨੋ ਸਰੀਰ ਦੇ ਅੰਦਰੋਂ ਸਾਰੀ ਜਿਹੜੀ ਸ਼ਕਤੀ ਉਹ ਖਤਮ ਹੋ ਗਈ ਹੋਵੇ। ਜਹ ਜਨ ਨਾਲ ਬੈੰਦ ਜਗਤੁਰ ਕੋ। ਇਸ ਪ੍ਰਕਾਰ ਜਿਸ ਪਾਸੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਚਰਨ ਸਾਨਾ, ਕਿਰਤ ਸਮੇਂ ਤਹਿ ਘੇਰਿਓ ਸਿਰ ਕੋ। ਤੇ ਜਦੋਂ ਇਹ ਦੈਤ ਵਿਆਕੁਲ ਦੁਖੀ ਹੋ ਕੇ ਡਿੱਗਿਆ ਹੈ ਨਾ ਸੰਗਤ ਜੀ, ਇਹਦਾ ਜਿਹੜਾ ਸਿਰ ਹੈ ਉਹ ਗੁਰੂ ਨਾਨਕ ਦੇਵ ਜੀਆਂ ਦੇ ਚਰਨਾਂ ਪਾਸ ਆਇਆ ਹੈ। ਕਰਨਾ ਨਿਤ ਪਿੱਠ ਕਰਨਾ ਆਈ। ਤੇ ਕਿਰਪਾ ਦੇ ਖਜ਼ਾਨੇ ਨੂੰ ਬੜੀ ਦਇਆ ਇਸ ਦੈਤ ਉੱਪਰ ਆਈ ਹੈ। ਆਨੰਦ ਦੀਨਤਾ ਜਾਹੇ ਜਨਾਈ। ਤੇ ਮਹਾਰਾਜ ਜੀਆਂ ਨੇ ਆਪਣਾ ਦਿਆਲੂ ਕਿਰਪਾਲੂ ਸੁਭਾਅ ਦਿਖਾਇਆ ਹੈ। ਸੀਸ ਛਕਾਇਓ ਤੇ ਪਦ ਪਦਮੰ। ਤੇ ਗੁਰੂ ਨਾਨਕ ਦੇਵ ਜੀਆਂ ਨੇ ਆਪਣਾ ਇੱਕ ਚਰਨ ਇਸ ਦੈਤ ਦੇ ਮੱਥੇ ਦੇ ਨਾਲ ਸੁਭਾਇਆ ਹੈ। ਜੋ ਸਭ ਸਿੱਖਿਆ ਕੋ ਸੁਖ ਸਮਦੰ। ਜਿਨ੍ਹਾਂ ਚਰਨਾਂ ਦੇ ਵਿੱਚੋਂ ਸਾਰਾ ਸਿੱਖ ਜਗਤ ਸੁਖ ਪਾਉਂਦਾ ਹੈ, ਜਿਨ੍ਹਾਂ ਚਰਨਾਂ ਦੇ ਵਿੱਚੋਂ ਲੋਕ ਅਤੇ ਪਰਲੋਕ ਦੇ ਸੁਖ ਪ੍ਰਾਪਤ ਹੁੰਦੇ ਨੇ, ਐਸਾ ਚਰਨ ਸਤਿਗੁਰਾਂ ਨੇ ਉਸ ਦੈਤ ਦੇ ਮੱਥੇ ਲਾਇਆ ਹੈ। ਦੋਹਰਾ ਛੁਬਤ ਚਰਨ ਮੋਛਾ ਛੁਟੀ। ਇਸ ਪ੍ਰਕਾਰ ਜਦੋਂ ਬੇਹੋਸ਼ ਹੋ ਕੇ ਡਿੱਗਿਆ ਸੀ, ਤੇ ਸਤਿਗੁਰਾਂ ਦੇ ਚਰਨ ਜਦੋਂ ਇਸ ਦੇ ਮੱਥੇ ਨਾਲ ਛੂਏ ਨੇ, ਤੇ ਬੇਹੋਸ਼ੀ ਟੁੱਟੀ ਹੈ। ਭਾਇਓ ਸਰੀਰ ਸੁਚੇਤ। ਤੇ ਸਰੀਰ ਦੇ ਅੰਦਰ ਚੇਤਨਾ ਸ਼ਕਤੀ ਆਈ ਹੈ, ਸਰੀਰ ਸੁਚੇਤ ਹੋਇਆ ਹੈ। ਸ਼ਾਸਤਰ ਅਤੇ ਖਾਣੇ ਸੰਜੀਵਨੀ। ਇਸ ਪ੍ਰਕਾਰ ਸ਼ਾਸਤਰ ਅਤੇ ਸੰਜੀਵਨੀ, ਜਿਵੇਂ ਕੋਈ ਰੋਗੀ ਬੰਦਾ ਹੋਵੇ, ਦੁਖੀ ਬੰਦਾ ਹੋਵੇ, ਉਹਨੂੰ ਕੋਈ ਬੂਟੀਆਂ ਘੋਲ ਕੇ, ਦਵਾਈ ਘੋਲ ਕੇ ਪਿਆ ਦਈਏ ਤੇ ਰੋਗ ਠੀਕ ਹੋ ਜਾਂਦਾ ਹੈ। ਏਦਾਂ ਗੁਰੂ ਨਾਨਕ ਦੇਵ ਜੀਆਂ ਦੇ ਜੋ ਚਰਨ ਹਨ ਸੰਗਤ ਜੀ, ਇਹ ਸੰਜੀਵਨੀ ਬੂਟੀ ਵਰਗੇ ਨੇ। ਜਮ ਲਗਾਏ ਕਹਤੇ ਜਦੋਂ ਗੁਰੂ ਨਾਨਕ ਦੇਵ ਜੀਆਂ ਨੇ ਐਸੇ ਚਰਨ ਸੰਜੀਵਨੀ ਬੂਟੀ ਦੀ ਨਿਆਈ ਉਸ ਦੈਤ ਦੇ ਮੱਥੇ ਲਾਏ ਨੇ। ਚੌਪਈ ਤੇਜ ਪ੍ਰਭਾਵ ਫੇਰ ਗੁਰ ਕੇਰੋ। ਸਤਿਗੁਰਾਂ ਦੇ ਚਰਨ ਇਸ ਦੇ ਸਰੀਰ ਨਾਲ ਛੂਏ ਨੇ, ਇਹਦੇ ਸਰੀਰ ਅੰਦਰੋਂ ਬੇਹੋਸ਼ੀ ਟੁੱਟੀ ਹੈ। ਅੱਖਾਂ ਦੇ ਨਾਲ ਜਦੋਂ ਸਤਿਗੁਰਾਂ ਦਾ ਤੇਜ ਪ੍ਰਤਾਪ ਵੇਖਿਆ ਹੈ, ਨਿਮਰ ਭਇਓ ਮਨ ਦੀਨ ਕਨੇਰੋ। ਤੇ ਜਿਹਦਾ ਸੁਭਾਅ ਬੜਾ ਈਰਖਾ ਵਾਲਾ ਸੀ, ਬੜਾ ਝਗੜੇ ਵਾਲਾ ਸੀ, ਉਹਦੇ ਮਨ ਦੇ ਅੰਦਰ, ਦੈਤ ਦੇ ਮਨ ਵਿੱਚ ਵੀ ਨਿਮਰਤਾ ਆਈ ਹੈ। ਬੋਲਿਓ ਬਚਨ ਛਿਮਕੋ ਅਪਰਾਧੂ। ਤੇ ਹੱਥ ਜੋੜ ਕਰਕੇ ਬੋਲਿਆ ਕਿ ਮਹਾਰਾਜ ਮੇਰਾ ਅਪਰਾਧ ਬਖਸ਼ ਦੇਵੋ। ਪਰਮੇਸ਼ਰ ਤੂੰ ਵੇਖੋ ਸੋ ਸਾਧੂ। ਕਿ ਸਤਿਗੁਰੂ ਜੀ ਤੁਸੀਂ ਤਾਂ ਸਾਧੂਆਂ ਦੇ ਲਿਬਾਸ ਵਿੱਚ ਪਰਮੇਸ਼ਰ ਹੋ। ਹਉ ਅਨਜਾਨ ਨਾ ਮਹਿਮਾ ਜਾਨੀ। ਮਹਾਰਾਜ ਮੈਂ ਤਾਂ ਮੂਰਖ ਹਾਂ, ਦੈਤ ਮਾਤਾ ਹੈ, ਅਣਜਾਣ ਹਾਂ, ਆਪ ਜੀਆਂ ਦੀ ਮਹਿਮਾ ਜਾਣ ਨਾ ਸਕਿਆ। ਮਹਾਪੁਰਖ ਗੁਣ ਖਾਨੀ। ਮਹਾਰਾਜ ਤੁਸੀਂ ਤਾਂ ਪੂਰਨ ਮਹਾਪੁਰਖ ਗੁਣਾਂ ਦੀ ਖਾਣ ਹੋ। ਇਹਨਾਂ ਲੋਕਨ ਤੇ ਆਨ ਮਨਾਉ। ਮਹਾਰਾਜ ਮੈਂ ਤਾਂ ਇਹਨਾਂ ਲੋਕਾਂ ਦੇ ਨਾਲ ਬੜੀ ਈਰਖਾ ਕਰਦਾ ਸੀ, ਇਹਨਾਂ ਦੇ ਮਨਾਂ ਦੇ ਅੰਦਰ ਆਪਣਾ ਡਰ ਪੈਦਾ ਕਰਦਾ ਸੀ, ਇਹਨਾਂ ਦਾ ਨਗਰ ਸਾੜ ਦਿੰਦਾ ਸੀ, ਨਗਰ ਤੋਂ ਇਹ ਦੌੜ ਜਾਂਦੇ ਸਨ। ਭਾਵ ਮੇਰਾ ਡਰ ਮੇਰੀ ਈਨ ਮੰਨਦੇ ਸੀ। ਮਹਾਰਾਜ ਆਪਣਾ ਡਰ ਪੈਦਾ ਕਰਨ ਵਾਸਤੇ, ਈਨ ਮਨਾਉਣ ਵਾਸਤੇ ਇਹਨਾਂ ਦਾ ਸਾਰਾ ਨਗਰ ਹਰ ਸਾਲ ਸਾੜਦਾ ਸੀ।
ਨਗਰ ਦੇ ਅੰਦਰ ਆਪ ਜੀਆਂ ਦੇ ਪਵਿੱਤਰ ਚਰਨ ਪੈ ਗਏ ਨੇ। इनके भाग जगे अब आए। ਮਹਾਰਾਜ ਇਹਨਾਂ ਦੇ ਤਾਂ ਕੋਈ ਪੂਰਬਲੇ ਵੱਡੇ ਕਰਮ ਜਾਗੇ ਨੇ। कर्म सबन को अब कल्याण। ਮਹਾਰਾਜ ਹੁਣ ਇਸ ਪ੍ਰਕਾਰ ਇਹਨਾਂ ਸਾਰਿਆਂ ਲੋਕਾਂ ਦਾ ਕਲਿਆਣ ਕਰੋ ਜੀ। उपकारी तुम कृपा निधाना। ਮਹਾਰਾਜ ਆਪ ਜੀਆਂ ਦਾ ਸੁਭਾਅ ਬੜਾ ਪਰ ਉਪਕਾਰੀ ਹੈ। ਆਪ ਜੀ ਕਿਰਪਾ ਦੇ ਖਜ਼ਾਨੇ ਹੋ। दोहरा मैं तुम दासन दास को। ਮਹਾਰਾਜ ਮੈਂ ਤਾਂ ਆਪ ਜੀਆਂ ਦੇ ਦਾਸਾਂ ਦਾ ਵੀ ਦਾਸ ਹਾਂ। जहमत दिन पर जाए। ਮਹਾਰਾਜ ਹੁਣ ਜਿਵੇਂ ਆਪ ਜੀ ਹੁਕਮ ਕਰੋਗੇ। सो करो निश्चय सदा। ਮਹਾਰਾਜ ਹਮੇਸ਼ਾ ਹੀ ਆਪ ਜੀਆਂ ਤੇ ਭਰੋਸਾ ਰੱਖ ਕਰਕੇ ਆਪ ਜੀਆਂ ਦੇ ਹੁਕਮ ਅਨੁਸਾਰ ਚੱਲਾਂਗਾ। जाते कष्ट मिटाए। ਮਹਾਰਾਜ ਆਪ ਜੀਆਂ ਦੇ ਹੁਕਮਾਂ ਵਿੱਚ ਰਹਿ ਕਰਕੇ ਜਿਹੜੇ ਮੇਰੇ ਜਨਮਾਂ ਜਨਮਾਂਤਰਾਂ ਦੇ ਦੁੱਖ ਹਨ, ਜਿਨ੍ਹਾਂ ਕਰਕੇ ਮੈਨੂੰ ਇਹ ਦੈਂਤ ਜੂਨ ਮਿਲੀ ਹੈ, ਇਹ ਸਾਰੀ ਕੱਟੀ ਜਾਵੇਗੀ। जो पई श्री नानक जी सुन असबानी। ਗੁਰੂ ਨਾਨਕ ਦੇਵ ਜੀਆਂ ਨੇ ਜਦੋਂ ਐਸੇ ਨਿਮਰਤਾ ਵਾਲੇ ਬਚਨ ਸੁਣੇ ਨੇ, सदा बहुत प्रीत मैं सानी। ਗੁਰੂ ਨਾਨਕ ਦੇਵ ਜੀਆਂ ਨੇ ਬੜੇ ਪ੍ਰੇਮ ਦੇ ਵਿੱਚ ਭਿੱਜੇ ਹੋਏ ਅੰਮ੍ਰਿਤ ਵਰਗੇ ਬੋਲ ਬੋਲੇ ਨੇ। बोले बचन दीन के दयाला। ਮਹਾਰਾਜ ਦੀਨ ਗਰੀਬਾਂ ਉੱਪਰ ਦਿਆਲੂ ਕਿਰਪਾ ਕਰਨ ਵਾਲੇ ਸਤਿਗੁਰੂ ਜੀ ਬੋਲੇ ਨੇ। राम बिके रचाए धर्मशाला। ਮਹਾਰਾਜ ਕਹਿਣ ਲੱਗੇ ਭਾਈ ਹੁਣ ਇਸ ਨਗਰ ਦੇ ਅੰਦਰ ਇੱਕ ਧਾਰਮਿਕ ਸਥਾਨ, ਇੱਕ ਧਰਮਸ਼ਾਲਾ ਗੁਰੂ ਘਰ ਰਚਨਾ ਹੈ, ਜਿੱਥੇ ਬੈਠ ਕਰਕੇ ਪਰਮੇਸ਼ਰ ਦਾ ਨਾਮ ਜਪ ਹੋਵੇ। करो कीर्तन मेल तह माही। ਜਿੱਥੇ ਇਹ ਨਗਰ ਦੇ ਲੋਕ ਮਿਲ ਕਰਕੇ ਕੀਰਤਨ ਕਰਨ, ਪਰਮੇਸ਼ਰ ਦੀ ਵਡਿਆਈ ਕਰਨ ਜੀ। सतनाम उचरो को अग जाही। ਜਿਸ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਜਿਹੜੇ ਪਾਪ ਨਾਸ਼ ਹੁੰਦੇ ਨੇ। ਭਾਰ ਜਲ ਅਨ ਹੋ ਤਹ ਨਿਜ ਸੀਸਾ। ਮਹਾਰਾਜ ਨੇ ਉਸ ਦੈਂਤ ਨੂੰ ਹੁਕਮ ਕੀਤਾ ਹੈ ਕਿ ਆਪਣੇ ਸਿਰ ਦੇ ਉੱਪਰ ਹੁਣ ਜਿਹੜਾ ਨਗਰ ਤੋਂ ਬਾਹਰ ਖੂਹ ਹੈ ਨਾ, ਜਾਂ ਕੋਈ ਨਦੀ ਵਗ ਰਹੀ ਹੈ, ਦਰਿਆ ਹੈ, ਉਹਦੇ ਉੱਪਰੋਂ ਪਾਣੀ ਭਰ ਕੇ ਲਿਆ। ਆਪਣੇ ਸਿਰ ਦੇ ਉੱਪਰ ਪਾਣੀ ਢੋਣ ਦੀ, ਜਲ ਢੋਣ ਦੀ ਸੇਵਾ ਕਰੋ ਜੀ। ਭਾਗਤ ਕਰਨੇ ਜਹ ਨਾਰਦਕ ਦੀਸਾ। ਤੇ ਆਪਾਂ ਉਹ ਧਰਮਸ਼ਾਲਾ ਬਣਾਉਣੀ ਹੈ ਜਿੱਥੇ ਇਹ ਨਗਰ ਦੇ ਲੋਕ ਜਗਦੀਸ਼, ਜਿਹੜਾ ਜਗਤ ਦਾ ਈਸ਼ਵਰ ਪਰਮੇਸ਼ਰ ਹੈ, ਉਹਦਾ ਭਜਨ ਬੰਦਗੀ ਕਰਨ ਜੀ। ਸੇਵਾ ਕਾਤ ਮੈਂ ਪ੍ਰਿਮਲ ਮਨ ਕੋ ਬਖੇ। ਮਹਾਰਾਜ ਦੱਸਦੇ ਨੇ ਕਿ ਇਹ ਦੈਂਤ ਜਦੋਂ ਇਸ ਪ੍ਰਕਾਰ ਤੂੰ ਪਾਣੀ ਢੋਣ ਦੀ, ਜਲ ਢੋਣ ਦੀ ਸੇਵਾ ਕਰੇਗਾ ਨਾ, ਤੇ ਜਦੋਂ ਸਿਰ ਦੇ ਉੱਪਰ ਪਾਣੀ ਢੋਵੇਗਾ ਤੇ ਤੇਰੇ ਜਿਹੜੀ ਸਿਰ ਦੇ ਅੰਦਰ ਮੱਤ ਹੈ ਨਾ, ਤੇਰਾ ਜੋ ਈਰਖਾ ਵਾਲਾ ਸੁਭਾਅ ਦਿਮਾਗ ਹੈ ਪੁੱਠਾ ਸਿੱਧਾ, ਉਹ ਸਾਰਾ ਹੀ ਸੇਵਾ ਕਰਨ ਦੇ ਨਾਲ ਉਜਲ ਹੋਵੇਗਾ, ਨਿਰਮਲ ਹੋਵੇਗਾ। ਜਨਮ ਜਨਮ ਕੇ ਕਲਗਤ ਕੋ ਬਖੇ। ਤੇ ਤੇਰੇ ਜੋ ਜਨਮਾਂ ਜਨਮਾਂਤਰਾਂ ਦੇ ਪਾਪ ਹਨ, ਸ਼ਰਾਪ ਹਨ, ਉਹ ਸਾਰੇ ਕੱਟੇ ਜਾਣਗੇ ਜੀ। ਸਤਨਾਮ ਜਪ ਹੋਏ ਅਧਿਕਾਰੀ। ਤੇ ਸਤਨਾਮ ਵਾਹਿਗੁਰੂ ਦਾ ਜਾਪ ਕਰਨ ਦੇ ਨਾਲ ਹੀ ਮੁਕਤੀ ਪ੍ਰਾਪਤ ਹੋਵੇਗੀ। ਅੰਤ ਸਮੇਂ ਗਤ ਪਾਏ ਸੁਖਾਰੀ। ਤੇ ਜਦੋਂ ਤੇਰਾ ਅੰਤਲਾ ਸਮਾਂ ਆਵੇਗਾ ਤੇ ਮੁਕਤੀ ਪ੍ਰਾਪਤ ਹੋਵੇਗੀ। ਦੁਪਰਾ ਸੁਣ ਕਰ ਜਾਗ ਗੁਰ ਕੋ ਬਚਨ। ਇਸ ਪ੍ਰਕਾਰ ਜਗਤ ਸੁਆਮੀ ਗੁਰੂ ਨਾਨਕ ਦੇਵ ਜੀਆਂ ਦੇ ਬਚਨ ਸੁਣ ਕਰਕੇ ਮਾਨ ਸੀਸ ਪਹਿਲੀਨ। ਇਸ ਪ੍ਰਕਾਰ ਸਤਿਗੁਰਾਂ ਦੇ ਬਚਨ ਸਿਰ ਮੱਥੇ ਮੰਨੇ ਨੇ। ਰਜੀ ਧਰਮਸ਼ਾਲਾ ਰੁਚਰ ਕੌਣ। ਬੜੀ ਸੁੰਦਰ ਇੱਕ ਧਰਮਸ਼ਾਲਾ ਬਣਵਾਈ ਹੈ ਸੇਵਤੇ ਮਨ ਦੀਨ। ਤੇ ਬੜੀ ਸੇਵਾ ਇਸਨੇ ਮਨ ਕਰਕੇ, ਸਰੀਰ ਕਰਕੇ ਕੀਤੀ ਹੈ ਜੀ। ਚੌਪਈ ਸ੍ਰੀ ਗੁਰ ਧਰਮਸ਼ਾਲਾ ਮਹਿ ਪੈਸੇ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਧਰਮਸ਼ਾਲਾ ਅੰਦਰ ਬਿਰਾਜੇ ਨੇ। ਨਾਮ ਜਪੋ ਮਨ ਜਨ ਉਪਦੇਸੇ। ਤੇ ਮਹਾਰਾਜ ਨਗਰ ਦੇ ਲੋਕਾਂ ਤਾਈਂ ਉਪਦੇਸ਼ ਦਿੰਦੇ ਨੇ, ਭਾਈ ਪਰਮੇਸ਼ਰ ਦਾ, ਵਾਹਿਗੁਰੂ ਦਾ ਨਾਮ ਜਪੋ। ਕਰਨ ਕੀਰਤਨ ਲਗੇ
ਕਿਰਪਾ ਕਰਕੇ ਜਿਹੜੇ ਨਗਰ ਦੇ ਲੋਕ ਬੜਾ ਸੁੰਦਰ ਕੀਰਤਨ ਕਰਦੇ ਨੇ। ਰੀਤ ਸਿਖਾਈ ਸੁਖ ਤੇ ਆਲਾ ਸਤਿਗੁਰਾਂ ਨੇ ਆਪਣੀ ਭਗਤੀ ਦੀ ਜਿਹੜੀ ਮਰਿਆਦਾ ਉੱਥੇ ਦ੍ਰਿੜ ਕਰਵਾਈ ਹੈ। ਗ੍ਰਾਮ ਨਿਕਟ ਸੁਨਕਾਰ ਅਸਰੀਤੀ ਤੇ ਜਿਹੜੇ ਨਗਰ ਦੇ ਆਸੇ-ਪਾਸੇ ਹੋਰ ਨਗਰ ਸਨ, ਜਦੋਂ ਹੋਰਾਂ ਨਗਰਾਂ ਦੇ ਲੋਕਾਂ ਨੇ ਐਸੀ ਸ਼ੁਭ ਰੀਤੀ ਮਰਿਆਦਾ ਸੁਣੀ ਹੈ, ਆਪ ਦੇ ਦਰਸ਼ਨ ਕੀ ਕਰ ਪ੍ਰੀਤੀ ਇਸ ਪ੍ਰਕਾਰ ਸਤਿਗੁਰਾਂ ਦੇ ਦਰਸ਼ਨ ਕਰਨ ਲਈ ਬੜੇ ਪ੍ਰੇਮ ਨਾਲ ਆਉਂਦੇ ਨੇ। ਕਰ ਬੰਧਨ ਸਤਿਗੁਰਾਂ ਦਾ ਸੁੰਦਰ ਮੁਖ ਵੇਖ ਕਰਕੇ ਨਮਸਕਾਰਾਂ ਕਰਦੇ ਨੇ ਜੀ। ਭਗਤ ਸਿੱਖਿਆ ਕਰ ਕਮਾਤ ਨਿਕੰਦਨ ਤੇ ਗੁਰੂ ਨਾਨਕ ਦੇਵ ਜੀ ਉਹਨਾਂ ਤਾਈਂ ਭਗਤੀ ਦੀ ਮੱਤ ਬਖਸ਼ਦੇ ਨੇ, ਜਿਸ ਦੇ ਨਾਲ ਉਹਨਾਂ ਦੀ ਖੋਟੀ ਮੱਤ ਨਾਸ਼ ਹੁੰਦੀ ਹੈ। ਸਿੱਖੀ ਰੀਤ ਵਿਦਤ ਵਿਦੇਸਾ ਇਸ ਪ੍ਰਕਾਰ ਸਤਿਗੁਰਾਂ ਨੇ ਜੋ ਸਿੱਖੀ ਦ੍ਰਿੜ ਕਰਵਾਈ ਹੈ, ਉਹਨਾਂ ਦੇਸ਼ਾਂ ਦੇ ਅੰਦਰ ਸਿੱਖੀ ਪ੍ਰਫੁੱਲਤ ਹੋਈ ਹੈ ਜੀ। ਜਿਸ ਤੇ ਛੁਟਕੇ ਜਗਤ ਕਲੇਸ਼ਾ ਜਿਸ ਸਿੱਖੀ ਨੂੰ ਧਾਰਨ ਕਰਨ ਦੇ ਨਾਲ ਜਿਹੜੇ ਜਗਤ ਦੇ ਕਲੇਸ਼ ਹਨ, ਜਨਮ ਮਰਨ ਦੇ ਕੀੜੇ ਹਨ, ਇਹਨਾਂ ਤੋਂ ਮਨੁੱਖ ਛੁੱਟਦਾ ਹੈ। ਕਪੜੇ ਪਰਸਪਰ ਮਿਲ ਨਰਨਾਰੀ ਇਸ ਪ੍ਰਕਾਰ ਆਪਸ ਦੇ ਵਿੱਚ ਮਿਲ ਕਰਕੇ ਨਗਰ ਦੇ ਲੋਕ ਗੱਲਾਂ ਕਰਦੇ ਨੇ ਪਰਮੇਸ਼ਰ ਤਨ ਇਹ ਉਪਕਾਰੀ ਕਿ ਇਹ ਪਰਮੇਸ਼ਰ ਸਰੂਪ ਹੈ ਜੋ ਸੰਤ ਆਪਣੇ ਨਗਰ ਵਿੱਚ ਆਏ ਨੇ। ਬੜਾ ਪਰਉਪਕਾਰੀ ਸੁਭਾਅ ਹੈ। ਦੁਪਰਾ ਚਿਰਿਆਂ ਦੇ ਸੇਵ ਸਿਚਾਨਤੇ ਤੇ ਕਵੀ ਜੀ ਕਹਿੰਦੇ ਦੈਂਤ ਦੇ ਕੋਲੋਂ ਉਹ ਨਗਰ ਦੇ ਲੋਕ ਜਿਹੜੇ ਹੁਣ ਤੱਕ ਡਰਦੇ ਰਹਿੰਦੇ ਸਨ, ਸਤਿਗੁਰਾਂ ਨੇ ਐਸੀ ਕਿਰਪਾ ਵਰਤਾਈ, ਦੈਂਤ ਦੇ ਕੋਲੋਂ ਨਗਰ ਦੇ ਲੋਕਾਂ ਦੀ ਸੇਵਾ ਕਰਵਾਈ ਹੈ, ਮਾਨੋ ਬਾਜ ਚਿੜੀਆਂ ਦੀ ਸੇਵਾ ਕਰਦਾ ਹੋਵੇ ਜੀ। ਕਰਵਾਈ ਕਰਦੀਨ ਇਸ ਪ੍ਰਕਾਰ ਸਤਿਗੁਰਾਂ ਨੇ ਉੱਥੇ ਭਾਣਾ ਵਰਤਾਇਆ ਹੈ। ਅੱਜ ਨਾ ਚਰਨ ਪਰ ਕੇ ਖੜੀ ਕਿਹਦਾ ਜਾਣ ਲਵੋ ਜਿਵੇਂ ਬੱਕਰੀਆਂ ਦੀ ਸੇਵਾ ਕਿਸੇ ਵੀ ਸ਼ੇਰ ਕਰਦਾ ਹੋਵੇ। ਪਾਏ ਸਵਾਰਨ ਕੀਨ ਇਸ ਪ੍ਰਕਾਰ ਮਹਾਰਾਜ ਕੌਤਕ ਵਰਤਾਉਂਦੇ ਨੇ। ਜੋ ਪਈ ਇੱਕ ਦਿਵਸ ਬਸੇ ਤਹਿਥਾਨਾ ਮਹਾਰਾਜ ਕੁਝ ਕੁ ਦਿਨ ਹੋਰ ਉਸ ਨਗਰ ਵਿੱਚ ਠਹਿਰੇ ਨੇ। ਸਿੱਖੀ ਮਾਰਗ ਕੋ ਪ੍ਰਗਟਾਨਾ ਮਹਾਰਾਜਿਆਂ ਨੇ ਸਿੱਖੀ ਦਾ ਪਰਮਾਰਥ ਦਾ ਰਸਤਾ ਉਸ ਲੋਕਾਂ ਤਾਈਂ ਦੱਸਿਆ ਹੈ। ਸਤਨਾਮ ਕੋ ਜਾਪਿ ਪਾਇਓ ਮਹਾਰਾਜਿਆਂ ਨੇ ਸਤਨਾਮ ਵਾਹਿਗੁਰੂ ਦਾ ਜਾਪ ਜਪਾਉਣਾ ਕੀਤਾ ਹੈ। ਦੇਸ ਕਮਾਕ ਤੇ ਸਮੁਖ ਤੇ ਪਾਇਓ ਮਹਾਰਾਜਿਆਂ ਨੇ ਖੋਟੀ ਮੱਤ ਛੁਡਵਾਈ ਹੈ ਔਰ ਸ੍ਰੇਸ਼ਟ ਰਸਤੇ ਪਰਮਾਰਥ ਦੇ ਪਰਮੇਸ਼ਰ ਦੇ ਰਸਤੇ ਉਹ ਲੋਕ ਤੋਰੇ ਨੇ। ਆਨੰਦ ਚੱਲਣ ਕੀ ਮਨਸਾ ਧਾਰੀ ਪਰ ਗੁਰੂ ਨਾਨਕ ਪਾਤਸ਼ਾਹ ਨੇ ਇਸ ਨਗਰ ਤੋਂ ਅੱਗੇ ਚੱਲਣ ਦੀ ਤਿਆਰੀ ਕੀਤੀ ਹੈ। ਸ੍ਰੀ ਨਾਨਕ ਜੀ ਪਰ ਉਪਕਾਰੀ ਆਈ ਬਾਲਾ ਜੀ ਕਹਿੰਦੇ ਐਸਾ ਪਰ ਉਪਕਾਰੀ ਸੁਭਾਅ ਹੈ, ਕੌਣ ਇਸ ਸੰਸਾਰ ਉੱਪਰ ਦੇਵੀ ਦੇਵਤਾ ਹੋਇਆ ਹੈ, ਕੌਣ ਪੀਰ ਪੈਗੰਬਰ ਹੋਇਆ ਹੈ, ਜਿਸ ਨੇ ਲੋਕਾਂ ਦੇ ਭਲੇ ਵਾਸਤੇ ਆਪ ਆਪਣੇ ਘਰ ਤੋਂ ਜਾ ਕਰਕੇ ਲੋਕਾਂ ਨੂੰ ਤਾਰਨਾ ਕੀਤਾ ਹੋ, ਆਪ ਆਪਣੇ ਘਰ ਤੋਂ ਜਾ ਕਰਕੇ ਲੋਕਾਂ ਦੇ ਪਾਪ ਕੱਟੇ ਹੋਣ। ਐਸਾ ਭਾਈ ਬਾਲਾ ਜੀ ਕਹਿੰਦੇ ਕੇਵਲ ਔਰ ਕੇਵਲ ਗੁਰੂ ਨਾਨਕ ਪਾਤਸ਼ਾਹ ਦਾ ਸੁਭਾਅ ਹੈ ਜੀ। ਵਿਦਾ ਹੋਏ ਤਿੰਤੇ ਪ੍ਰਸਥਾਨੇ ਤੇ ਮਹਾਰਾਜ ਉਸ ਨਗਰ ਦੇ ਲੋਕਾਂ ਕੋਲੋਂ ਹੁਣ ਵਿਦਾ ਹੋਏ ਨੇ। ਪਹੁੰਚੇ ਸੈਂਦ ਤੀਰ ਇਕ ਥਾਨੇ ਮਹਾਰਾਜ ਹੁਣ ਇੱਕ ਸਮੁੰਦਰ ਦੇ ਕਿਨਾਰੇ ਪਹੁੰਚੇ ਨੇ ਜੀ। ਤਹ ਇੱਕ ਗ੍ਰਾਮ ਦੇਖ ਜਗ ਸਾਈ ਮਹਾਰਾਜੀਆਂ ਨੇ ਬਿਲਕੁਲ ਸਮੁੰਦਰ ਦੇ ਕਿਨਾਰੇ ਇੱਕ ਨਗਰ ਵਸਿਆ ਵੇਖਿਆ ਹੈ। ਤਾਕੇ ਤਰ ਬੈਠੇ ਸੁਖ ਥਾਈ ਤੇ ਗੁਰੂ ਨਾਨਕ ਪਾਤਸ਼ਾਹ ਵੀ ਉਸ ਨਗਰ ਤੋਂ ਬਾਹਰ ਵਿਰਾਜ ਗਏ ਨੇ। ਛਠੇ ਮਹੀਨੇ ਸਿੰਧ ਤਰੰਗਾ ਇਸ ਪ੍ਰਕਾਰ ਉਸ ਸਮੁੰਦਰ ਦੀਆਂ ਜੋ ਬੜੀਆਂ ਸਮੁੰਦਰ ਤਰੰਗਾਂ ਸਮੁੰਦਰ ਛੱਲਾਂ ਉੱਪਰ ਉੱਠਦੀਆਂ ਨੇ। ਦੇਖ ਰੜਾਏ ਗ੍ਰਾਮ ਜਲ ਸੰਗਾ ਇਸ ਪ੍ਰਕਾਰ ਜਦੋਂ ਉਹ ਸਮੁੰਦਰ ਉਹ ਦਰਿਆ ਚੜ੍ਹਦਾ ਹੈ ਤੇ ਸਾਰੇ ਨਗਰ ਨੂੰ ਰੋੜ ਕੇ ਲੈ ਜਾਂਦਾ ਹੈ। ਦੋਏ ਦਿਵਸ ਤਬ ਤਹਾਂ ਬਿਤਾਏ
ਗੁਰੂ ਨਾਨਕ ਪਾਤਸ਼ਾਹ ਨੂੰ ਬੈਠਿਆਂ ਨੂੰ 2 ਦਿਨ ਬਤੀਤ ਹੋਏ ਨੇ। ਨਾਨਕ ਚਲੇ ਅਪਰ ਹੀ ਥਾਈ। ਇਸ ਪ੍ਰਕਾਰ ਜਿਹੜੇ ਨਗਰ ਦੇ ਲੋਕ ਨੇ ਉਹ ਹੁਣ ਹੋਰ ਥਾਂ ਜਾਣ ਦੀ ਤਿਆਰੀ ਕਰਦੇ ਨੇ। ਆਪਣੀ ਸਰਬ ਸੰਭਾਰ ਸੰਭਾਰੀ। ਤੇ ਆਪਣੀ ਜਿਹੜੀ ਸਾਰੀ ਸਮੱਗਰੀ ਧਨ ਪਦਾਰਥ ਦਾਣੇ ਅਨਾਜ ਆਦਿਕ ਉਹਨਾਂ ਨੇ ਸਾਰਾ ਸੰਭਾਲ ਕੇ ਲੱਦਿਆ ਹੈ। ਗੁਰੂ ਲੋਕਤ ਗ੍ਰਹਿ ਉਚਾਰੀ। ਤੇ ਗੁਰੂ ਨਾਨਕ ਪਾਤਸ਼ਾਹ ਨੇ ਉਹਨਾਂ ਜਾਂਦਿਆਂ ਹੋਇਆਂ ਨੂੰ ਵੇਖ ਕਰਕੇ ਬੋਲੇ ਨੇ, ਦੋਹਰਾ ਕਹਾਂ ਤਿਆਰੀ ਤੁਮ ਕਰੀ। ਮਹਾਰਾਜ ਕਹਿੰਦੇ ਹੈ ਨਗਰ ਦੇ ਲੋਕੋ ਤੁਸੀਂ ਕਿੱਥੇ ਜਾਣ ਦੀ ਤਿਆਰੀ ਕੀਤੀ, ਕਿੱਥੇ ਜਾਂਦੇ ਹੋ? ਕਿਉਂ ਤਿਆਗਿਓ ਨਿਜ ਕਰਾਓ। ਤੇ ਕਿਉਂ ਐਸਾ ਸੁੰਦਰ ਨਗਰ ਜੋ ਸਮੁੰਦਰ ਦੇ ਕਿਨਾਰੇ ਵਸਿਆ ਹੈ, ਕਿਤਨਾ ਸੁੰਦਰ ਦ੍ਰਿਸ਼ ਹੈ, ਇਸ ਨੂੰ ਛੱਡ ਕਰਕੇ ਕਿਉਂ ਚੱਲੇ ਹੋ? ਸੁਣਕਰ ਬੋਲੇ ਤੁਮ ਚਲੋ। ਕਹਿਣ ਲੱਗੇ ਹੈ ਮਹਾਰਾਜ ਤੁਸੀਂ ਵੀ ਸਾਡੇ ਨਾਲ ਚੱਲੋ ਜੀ। ਰਹੋ ਨਾ ਆਪ ਇਹ ਥਾਓ। ਮਹਾਰਾਜ ਹੁਣ ਇਹ ਨਗਰ ਰਹਿਣ ਦੇ ਯੋਗ ਨਹੀਂ ਹੈ। ਚੌਪਈ ਅਬ ਆਵਹਿ ਕੀ ਸਾਗਰ ਝਾਲੇ। ਮਹਾਰਾਜ ਇਸ ਰੁੱਤ ਦੇ ਅੰਦਰ ਇਹਨਾਂ ਮਹੀਨਿਆਂ ਦੇ ਅੰਦਰ ਹੁਣ ਸਮੁੰਦਰ ਚੜ੍ਹੇਗਾ, ਦਰਿਆ ਚੜ੍ਹੇਗਾ ਤੇ ਭਾਰੀ ਛੱਲਾਂ ਆਉਣਗੀਆਂ। ਤੇ ਰੁੜਾਏ ਸਤਨ ਜਲ ਨਾਲੇ। ਤੇ ਪਾਣੀ ਦੇ ਨਾਲ ਇਹ ਸਾਰਾ ਹੀ ਨਗਰ ਰੁੜ ਜਾਵੇਗਾ। ਆਏ ਬਕੋਰ ਉਸਾਰੇ ਧਾਮੋ। ਮਹਾਰਾਜ ਫਿਰ ਅਸੀਂ ਕੁਝ ਸਮੇਂ ਬਾਅਦ ਵਾਪਸ ਇਸ ਨਗਰ ਵਿੱਚ ਆਵਾਂਗੇ ਤੇ ਸਾਰਾ ਸਾਡਾ ਨਗਰ ਜਦੋਂ ਰੁੜ ਜਾਵੇਗਾ ਫਿਰ ਆ ਕਰਕੇ ਅਸੀਂ ਨਵੇਂ ਮਕਾਨ ਤਿਆਰ ਕਰਾਂਗੇ ਜੀ। ਇਸ ਲਈ ਮਹਾਰਾਜ ਹੁਣ ਇਹ ਨਗਰ ਰਹਿਣ ਦੇ ਯੋਗ ਨਹੀਂ ਹੈ। ਕਿਰਪਾਲੂ ਦਿਆਲੂ ਸਤਿਗੁਰੂ ਜੀ ਬੋਲੇ ਨੇ। ਮਹਾਰਾਜ ਕਹਿੰਦੇ ਭਾਈ ਗੁਰੂ ਦੀ ਸਿੱਖੀ ਧਾਰਨ ਕਰੋ। ਤੇ ਸਾਦਾ ਉਪਦੇਸ਼ ਲੈ ਕਰਕੇ ਪਰਮੇਸ਼ਰ ਦਾ ਨਾਮ ਜਪਣਾ ਕਰੋ। ਤੇ ਜਦੋਂ ਪਰਮੇਸ਼ਰ ਦਾ ਨਾਮ ਜਪੋਗੇ ਨਾ ਤੇ ਪਰਮੇਸ਼ਰ ਦੀ ਗੁਰਬਾਣੀ ਦੇ ਵਚਨ ਨੇ ਭੈ ਵਿੱਚ ਚੱਲਣਾ ਲੱਖ ਦਰਿਆ। ਇਹ ਜਿਹੜੇ ਜੋ ਪਰਮੇਸ਼ਰ ਹੈ, ਜਿਹੜੇ ਇਹ ਦਰਿਆ ਨਦੀਆਂ ਨਹਿਰਾਂ ਨੇ, ਇਹ ਸਾਰਾ ਜਲ ਹੈ ਜੋ ਧਰਤੀ ਦੇ ਥੱਲੇ ਔਰ ਧਰਤੀ ਦੇ ਉੱਪਰ, ਇਹ ਸਾਰਾ ਹੀ ਪਰਮੇਸ਼ਰ ਦੇ ਭੈ ਦੇ ਅੰਦਰ ਹੁਕਮ ਦੇ ਅੰਦਰ ਚੱਲਦਾ ਹੈ। ਮਹਾਰਾਜ ਕਹਿੰਦੇ ਜਦੋਂ ਉਹਦੀ ਬੰਦਗੀ ਕਰੋਗੇ, ਨਾਮ ਜਪੋਗੇ ਨਾ, ਫਿਰ ਇਹ ਜਲ ਕਦੇ ਵੀ ਚੜ੍ਹੇਗਾ ਨਹੀਂ, ਆਪ ਜੀ ਦੇ ਨਗਰ ਨੂੰ ਨਹੀਂ ਰੋੜੇਗਾ। ਮਹਾਰਾਜ ਕਹਿੰਦੇ ਭਾਈ ਜੇਕਰ ਤੁਹਾਨੂੰ ਸਾਡੀਆਂ ਗੱਲਾਂ ਤੇ ਵਿਸ਼ਵਾਸ ਨਹੀਂ, ਮਹਾਰਾਜ ਕਹਿੰਦੇ ਭਾਈ ਫਿਰ ਤੁਸੀਂ ਨਗਰ ਛੱਡ ਕੇ ਜਾ ਸਕਦੇ ਹੋ। ਤੇ ਅਸੀਂ ਭਾਈ ਤੁਹਾਡੇ ਨਾਲ ਨਹੀਂ ਜਾਵਾਂਗੇ, ਅਸੀਂ ਤਾਂ ਇੱਥੇ ਹੀ ਬੈਠੇ ਹਾਂ। ਤੇ ਜਦੋਂ ਤੁਸੀਂ ਵਾਪਸ ਆਵੋਗੇ ਨਾ ਤੇ ਇਹ ਨਗਰ ਤੁਹਾਨੂੰ ਏਦਾਂ ਹੀ ਨਜ਼ਰ ਆਵੇਗਾ, ਇਹਦੇ ਵਿੱਚ ਰੱਤੀ ਭਰ ਵੀ ਟੁੱਟੇਗਾ ਨਹੀਂ, ਇਹ ਰੁੜੇਗਾ ਨਹੀਂ। ਏਦਾਂ ਜਿਵੇਂ ਤੁਸੀਂ ਛੱਡ ਕੇ ਜਾ ਰਹੇ ਹੋ ਏਦਾਂ ਹੀ ਤੁਹਾਨੂੰ ਆਉਂਦਿਆਂ ਨੂੰ ਮਿਲੇਗਾ। ਤੇ ਮਹਾਰਾਜ ਕਹਿੰਦੇ ਜੇ ਹੁਣ ਸਾਡੀ ਗੱਲ ਨਹੀਂ ਮੰਨਣੀ ਤੇ ਭਾਈ ਤੁਸੀਂ ਜਾ ਸਕਦੇ ਹੋ। ਜਦੋਂ ਕੁਝ ਸਮੇਂ ਬਾਅਦ ਵਾਪਸ ਆਵੋਗੇ ਉਦੋਂ ਸਾਡਾ ਉਪਦੇਸ਼ ਪ੍ਰਾਪਤ ਕਰਿਓ ਜੀ। ਏਦਾਂ ਕਹਿ ਕਰਕੇ ਜਗਤ ਸੁਆਮੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠੇ ਨੇ। ਤੇ ਜਿਹੜੇ ਲੋਕ ਨੇ ਉਹਨਾਂ ਨੇ ਸਤਿਗੁਰਾਂ ਦੇ ਰੱਤੇ ਪਰ ਭਰੋਸਾ ਨਹੀਂ ਕੀਤਾ, ਵਚਨ ਨਹੀਂ ਮੰਨੇ, ਛੱਡ ਕਰਕੇ ਚਲੇ ਗਏ ਨੇ। ਗੁਰੂ ਨਾਨਕ ਪਾਤਸ਼ਾਹ ਜਦੋਂ ਆਪ ਪਰਮੇਸ਼ਰ ਵਿਰਾਜਿਆ ਹੋਵੇ ਤੇ ਇਹ ਸਮੁੰਦਰ ਦੀ ਕੀ ਔਕਾਤ ਹੈ ਕਿ ਆਪਣੇ ਹੱਥ ਬੰਨੇ ਬਾਹਰ, ਆਪਣੇ ਹੱਥਾਂ ਬੰਨਿਆਂ ਤੋਂ ਮਰਿਆਦਾ ਤੋਂ ਬਾਹਰ ਆ ਜਾਵੇ, ਆਪਣੀ ਔਕਾਤ ਤੋਂ ਬਾਹਰ ਆ ਜਾਵੇ। ਸਤਿਗੁਰੂ ਜੀ ਵਿਰਾਜੇ ਹੋਏ ਨੇ। ਇਸ ਵਾਰ ਇਹ ਸਮੁੰਦਰ ਸ਼ਾਂਤ ਹੋ ਕੇ ਇਹ ਸਮਾਂ ਬਤੀਤ ਕਰ ਰਿਹਾ ਹੈ। ਚੜਿਆ ਨਹੀਂ, ਛੱਲਾਂ ਵਗੀਆਂ ਨਹੀਂ। ਸਮਾਂ ਬਤਾਏ ਬਹੁਰ ਨਰ ਆਏ।
ਜਦੋਂ ਬਹੁਤਾ ਸਮਾਂ ਬਤੀਤ ਹੋਇਆ ਹੈ ਤੇ ਨਗਰ ਦੇ ਲੋਕ ਵਾਪਸ ਆਏ ਨੇ। ਸਤਿਗੁਰ ਲੋਕੇ ਬਨੇ ਤੇ ਬਣਾਏ। ਇਸ ਪ੍ਰਕਾਰ ਜਦੋਂ ਆ ਕਰਕੇ ਆਪਣਾ ਸਾਰੇ ਘਰ-ਬਾਰ ਜਦੋਂ ਉਸੇ ਪ੍ਰਕਾਰ ਬਣੇ ਬਣਾਏ ਵੇਖੇ ਨੇ ਕਲਾਵਾਨ ਜਾਣੇ ਮਨ ਮਾਹੀ। ਤੇ ਆਪਣੇ ਮਨਾਂ ਦੇ ਅੰਦਰ ਹੁਣ ਸਤਿਗੁਰਾਂ ਦੀ ਸ਼ਕਤੀ ਜਾਣੀ ਹੈ ਸਿੱਖੀ ਲੈਨ ਹਿਰਦੈ ਤਬ ਚਾਹੀ। ਤੇ ਹੁਣ ਹਿਰਦੇ ਅੰਦਰ ਚਾਅ ਪੈਦਾ ਹੋਇਆ ਹੈ ਸਤਿਗੁਰਾਂ ਦੀ ਸਿੱਖੀ ਧਾਰਨ ਕਰਨ ਦਾ। ਮਿਲਕਰ ਸਭ ਉਪਾਇ ਕਰੀਨੀ। ਤੇ ਮਿਲ ਕਰਕੇ ਸਾਰਿਆਂ ਨੇ ਸਮਰੱਥਾ ਅਨੁਸਾਰ ਭੇਟਾਵਾਂ ਇਕੱਠੀਆਂ ਕੀਤੀਆਂ ਨੇ। ਆਏ ਗੁਰੂ ਕੋ ਬੰਦਨ ਲੀਪੀਨੀ। ਤੇ ਆ ਕਰਕੇ ਸਤਿਗੁਰਾਂ ਤਾਈਂ ਨਮਸਕਾਰ ਕੀਤੀ ਹੈ ਔਰ ਭੇਟਾਂ ਦਾਨ ਕੀਤੀਆਂ ਨੇ। ਪਾਵਨ ਭਗਤੀ ਲੀਨੀ ਤਬਹੀ। ਤੇ ਗੁਰੂ ਨਾਨਕ ਦੇਵ ਜੀਆਂ ਨੇ ਇਹਨਾਂ ਤਾਈਂ ਚਰਨ ਕੌਲ ਬਖਸ਼ੀ ਹੈ। ਨਿਕਟ ਸਿੰਧ ਕੇ ਗ੍ਰਾਮ ਜੇ ਸਭਨੀ। ਤੇ ਜਿਹੜੇ ਇਸ ਪ੍ਰਕਾਰ ਨਿਕਟ ਸਿੰਧ ਕਾ ਗ੍ਰਾਮ ਜੇ ਸਭੀ ਜਿੰਨੇ ਹੋਰ ਵੀ ਸਮੁੰਦਰ ਦੇ ਕਿਨਾਰੇ ਵਸਣ ਵਾਲੇ ਨਗਰ ਪਿੰਡ ਸਨ ਜੀ। ਧਰਮਸਾਲ ਸਿੱਖੀ ਪ੍ਰਗਟਾਨੀ। ਤੇ ਇਸ ਪ੍ਰਕਾਰ ਮਹਾਰਾਜ ਜੀਆਂ ਦੇ ਦਰਸ਼ਨਾਂ ਲਈ ਆਉਂਦੇ ਨੇ ਤੇ ਸਤਿਗੁਰਾਂ ਨੇ ਉੱਥੇ ਇੱਕ ਧਰਮਸ਼ਾਲਾ ਤਿਆਰ ਕਰਵਾਈ ਹੈ ਨਾਮ ਜਪਣ ਵਾਸਤੇ। ਨਾਮ ਦਾਨ ਜਪ ਭੇਟ ਸੁਨਾਨੀ। ਇਸ ਪ੍ਰਕਾਰ ਸਤਿਗੁਰਾਂ ਨੇ ਨਾਮ ਦੀ ਦਾਤ ਬਖਸ਼ੀ ਹੈ, ਇਸ਼ਨਾਨ ਦੀ ਦਾਤ, ਜਾਪ ਦੀ ਦਾਤ ਬਖਸ਼ੀ ਹੈ ਜੀ। ਸਤਿਗੁਰ ਕੇ ਸਿਮਰਨ ਮਹਿਲਾ ਕੇ। ਤੇ ਨਗਰ ਦੇ ਲੋਕ ਹੁਣ ਸਤਿਗੁਰਾਂ ਦਾ ਸਿਮਰਨ ਕਰਨ ਲੱਗੇ ਨੇ। ਭਗਤ ਕਉ ਨੇ ਮਨ ਅਨੁਰਾਗੇ। ਇਸ ਪ੍ਰਕਾਰ ਸਤਿਗੁਰਾਂ ਦੀ ਪ੍ਰੇਮਾ ਭਗਤੀ ਦੇ ਅੰਦਰ ਇਹਨਾਂ ਦੇ ਮਨ ਭਿੱਜੇ ਨੇ। ਇੱਕ ਦਿਵਸ ਰਹਤੇ ਉਪਦੇਸਾ। ਕੁਝ ਦਿਨ ਮਹਾਰਾਜ ਉਸ ਨਗਰ ਵਿੱਚ ਰਹਿ ਕਰਕੇ ਉਪਦੇਸ਼ ਦਿੰਦੇ ਨੇ। ਵਿਦਾ ਹੋਏ ਗਮਨੀ ਜਗਤੇਸਾ। ਤੇ ਫਿਰ ਗੁਰੂ ਨਾਨਕ ਪਾਤਸ਼ਾਹ ਇਸ ਸਮੁੰਦਰ ਦੇ ਇਲਾਕੇ ਤੋਂ ਅੱਗੇ ਚੱਲੇ ਨੇ ਜੀ। ਆਰੋ ਕੋਰ ਇੱਕ ਟਾਪੂ ਮਾਹੀ। ਤੇ ਮਹਾਰਾਜ ਜੀ ਭਾਈ ਬਾਲੇ ਮਰਦਾਨੇ ਤਾਈਂ ਦੱਸਦੇ ਨੇ ਕਿ ਹੁਣ ਅੱਗੇ ਇੱਕ ਹਾਰੂ ਨਾਮ ਦਾ ਟਾਪੂ ਆਵੇਗਾ। ਕਹਾਂ ਜਲਨ ਕੀ ਭੀਮਨ ਚਾਹੀ। ਹੁਣ ਸਾਡੀ ਉਸ ਟਾਪੂ ਉੱਪਰ ਜਾਣ ਦੀ ਇੱਛਾ ਹੈ। ਮਰਦਾਨੇ ਸੋ ਬੋਲੇ ਤਬਹੀ। ਸਤਿਗੁਰੂ ਜੀ ਭਾਈ ਮਰਦਾਨੇ ਤਾਈਂ ਬੋਲੇ ਨੇ। ਵਾਹਿਗੁਰੂ ਜਪ ਆਵੋ ਸਭੀ। ਕਿ ਭਾਈ ਮਰਦਾਨਾ ਜੀ ਹੁਣ ਆਪਾਂ ਇਹ ਸਮੁੰਦਰ ਪਾਰ ਕਰਨਾ ਹੈ ਤੇ ਜਦੋਂ ਸਮੁੰਦਰ ਦੇ ਅੰਦਰ ਪੈਰ ਪੈ ਜਾਵੇ ਨਾ ਉਦੋਂ ਹੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਆਰੰਭ ਕਰ ਦੇਣਾ ਹੈ। ਕਦੇ ਵੀ ਭੁੱਲਣਾ ਨਹੀਂ, ਹੋਰ ਪਾਸੇ ਧਿਆਨ ਨਹੀਂ ਭਟਕਾਉਣਾ। ਪਰਮੇਸ਼ਰ ਦਾ ਵਾਹਿਗੁਰੂ ਦਾ ਨਾਮ ਜਪਦੇ ਆਇਓ। ਉੱਪਰ ਸਾਗਰ ਕੇਰ ਕਿਰਪਾਲਾ। ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਸਮੁੰਦਰ ਦੇ ਉੱਪਰ ਚੱਲੇ ਨੇ। ਹਮ ਬੋਲੇ ਗਮਨੇ ਤਤਕਾਲਾ। ਤੇ ਭਾਈ ਬਾਬਾ ਜੀ ਕਹਿੰਦੇ ਮੈਨੂੰ ਔਰ ਮਰਦਾਨੇ ਨੂੰ ਲੈ ਕਰਕੇ ਚੱਲੇ ਨੇ। ਗੁਰੂ ਕਹੈ ਸੋਹੰ ਕੋ ਜਾਪੂ। ਤੇ ਗੁਰੂ ਨਾਨਕ ਪਾਤਸ਼ਾਹ ਜੀ ਆਪ ਸੋਹੰ 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 ਦਾ ਜਾਪ ਕਰਦੇ ਨੇ। ਚਲੇ ਜਾਪ ਕੇ ਸੁਪੈ ਨ ਆਪੂ। ਜਿਵੇਂ ਸੰਗਤ ਜੀ ਸਤਿਨਾਮ ਹੋ ਗਿਆ, ਵਾਹਿਗੁਰੂ ਹੋ ਗਿਆ, ਗੋਬਿੰਦ ਹੋ ਗਿਆ, ਹਰੀ ਹੋ ਗਿਆ, ਰਾਮ ਹੋ ਗਿਆ ਆਦਿਕ ਇਹ ਸਾਰੇ ਪਰਮੇਸ਼ਰ ਦੇ ਨਾਮ ਨੇ। ਇਹਦਾ ਸੋਹੰ ਵੀ ਪਰਮੇਸ਼ਰ ਦਾ ਨਾਮ ਹੈ। ਸਤਿਗੁਰੂ ਜੀ ਸੋਹੰ ਸੋਹੰ ਦਾ ਜਾਪ ਕਰਦੇ ਹੋਏ ਇਸ ਪ੍ਰਕਾਰ ਮਹਾਰਾਜ ਸਮੁੰਦਰ ਦੇ ਉੱਪਰ ਚੱਲੇ ਨੇ ਤੇ ਜਲ ਛੂਹਦਾ ਨਹੀਂ। ਸਾਗਰ ਬੀਚ ਪਹੁੰਚੇ ਜਬਹੀ। ਜਦੋਂ ਇਸ ਪ੍ਰਕਾਰ ਸਮੁੰਦਰ ਦੇ ਵਿਚਕਾਰ ਸਤਿਗੁਰੂ ਜੀ ਪਹੁੰਚੇ ਨੇ। ਜਾਪ ਵਾਹਿਗੁਰੂ ਤਜ ਕਰ ਤਬਹੀ। ਤੇ ਭਾਈ ਮਰਦਾਨੇ ਨੇ ਸਤਿਗੁਰਾਂ ਦੀ ਰੀਸ ਕਰਦੇ ਹੋਏ ਵਾਹਿਗੁਰੂ ਦਾ ਜਿਹੜਾ ਜਾਪ ਹੈ ਉਹ ਜਪਣਾ ਸ਼ਬਦ ਦਿੱਤਾ ਹੈ। ਕਰਨ ਲੱਗਾ ਮਰਦਾਨਾ। ਤੇ ਸਤਿਗੁਰਾਂ ਦੇ ਵਾਂਗੂ ਸੋਹਣ ਸੋਹਣ ਦਾ ਜਾਪ ਕਰਨ ਲੱਗਾ ਹੈ। ਇਸ ਪ੍ਰਕਾਰ ਭਾਈ ਬਾਲਾ ਜੀ ਕਹਿੰਦੇ ਬੜੀ ਭੋਲੀ ਮੱਤ ਵਾਲਾ ਹੈ ਮਰਦਾਨਾ, ਬੜਾ ਅਣਜਾਣ ਹੈ, ਸਤਿਗੁਰਾਂ ਦੇ ਬਚਨ ਨਹੀਂ ਕਮਾਏ। ਮਹਾਰਾਜ ਨੇ ਕਿਹਾ ਸੀ ਭਾਈ ਮਰਦਾਨਾ ਮਗਰ ਮਗਰ ਆਉਂਦੇ ਸਾਡੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਿਓ ਤੇ ਇਹ ਜਿਹੜਾ ਸਮੁੰਦਰ ਹੈ ਸਾਨੂੰ ਦੁੱਖ ਨਹੀਂ ਦੇਵੇਗਾ, ਅਸੀਂ ਪਾਰ ਹੋ ਜਾਵਾਂਗੇ। ਪਰ ਭਾਈ ਮਰਦਾਨੇ ਨੇ ਆਪਣੀ ਭੋਲੀ ਮੱਤ ਅਨੁਸਾਰ
ਅਣਜਾਣਪੁਣੇ ਵਿੱਚ ਵਾਹਿਗੁਰੂ ਦਾ ਮੰਤਰ ਜੋ ਤਿਆਗਿਆ ਹੈ, ਛੱਡਿਆ ਹੈ, ਸੋਹਤ ਦਾ ਜਾਪ ਕਰਨ ਲੱਗੇ ਨੇ। ਡੁੱਬਣ ਲੱਗਾ ਸਿੰਧ ਕੇ ਮਾਹੀ, ਤੇ ਹੌਲੀ ਹੌਲੀ ਭਾਈ ਮਰਦਾਨਾ ਜੀ ਸਮੁੰਦਰ ਅੰਦਰ ਡੁੱਬਣ ਲੱਗੇ ਨੇ। ਬਹੁ ਡੁੱਬੀ ਲੀਨੀ ਜਬ ਤਾਹੀ, ਤੇ ਜਦੋਂ ਇਸ ਪ੍ਰਕਾਰ 2-3 ਵਾਰ ਭਾਈ ਮਰਦਾਨੇ ਨੇ ਡੁਬਕੀਆਂ ਲਈਆਂ ਨੇ ਨਾ, ਸਮੁੰਦਰ ਦੇ ਵਿੱਚ ਡੁੱਬ ਡੁੱਬ ਕੇ ਬਾਹਰ ਆਇਆ ਹੈ। ਡੋਬਰਾ ਗਰੀਬ ਫੇਰ ਸ੍ਰੀ ਗੁਰ, ਇਸ ਪ੍ਰਕਾਰ ਸ਼੍ਰੋਮਣੀ ਗੁਰੂ ਨਾਨਕ ਦੇਵ ਜੀਆਂ ਨੇ ਆਪਣੀ ਧੌਣ ਕਮਾ ਕੇ ਜਦੋਂ ਪਿੱਛੇ ਵੇਖਿਆ ਹੈ, ਭੀਗਾ ਗਏ ਇਹ ਤੀਰ, ਤੇ ਭਾਈ ਮਰਦਾਨਾ ਜੀ ਸਮੁੰਦਰ ਅੰਦਰ ਡੁੱਬ ਰਹੇ ਨੇ ਤੇ ਸਾਰੇ ਵਸਤਰ ਭਿੱਜ ਗਏ ਨੇ। ਦੇਹ ਕੋ ਜਾਣ ਕੇ, ਇਸ ਪ੍ਰਕਾਰ ਮਹਾਰਾਜ ਜੀਆਂ ਨੇ ਡੁੱਬਦੇ ਭਾਈ ਮਰਦਾਨੇ ਨੂੰ ਵੇਖ ਕੇ ਬੋਲੇ ਗੁਣੀ ਗੰਭੀਰ, ਇਸ ਪ੍ਰਕਾਰ ਗੁਣਾਂ ਦੇ ਕਰ ਗੁਰੂ ਨਾਨਕ ਦੇਵ ਜੀ ਬੋਲੇ ਨੇ। ਸ੍ਰੀ ਮੁਖਵਾਕ, ਸ਼੍ਰੋਮਣੀ ਮੁਕਤ ਮਹਾਰਾਜ ਫਰਮਾਉਂਦੇ ਨੇ ਜੀ, ਗੁਰ ਕੰਨਿਆ ਸਾਕਾਰ ਕਮਾਵੋ, ਮਹਾਰਾਜ ਕਹਿੰਦੇ ਭਾਈ ਮਰਦਾਨਾ ਗੁਰ ਕਹਿਆ ਸਾਕਾਰ ਕਮਾਵੋ। ਜੋ ਗੁਰੂ ਬਚਨ ਕਰਦੇ ਨੇ ਨਾ, ਜੋ ਬਚਨ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਭਾਈ ਮਰਦਾਨਾ ਜੀ ਉਹ ਕਮਾਉਣੇ ਚਾਹੀਦੇ, ਉਹਨਾਂ ਤੋਂ ਡੋਲਣਾ ਨਹੀਂ ਚਾਹੀਦਾ, ਉਹਨਾਂ ਤੋਂ ਥੜਕਣਾ ਨਹੀਂ ਚਾਹੀਦਾ। ਜੋ ਬਚਨ ਗੁਰੂ ਕਰੇ ਤੇ ਗੁਰੂ ਦੇ ਬਚਨ ਹਮੇਸ਼ਾ ਕਮਾਉਣੇ ਚਾਹੀਦੇ ਨੇ ਜੀ। ਗੁਰ ਕੀ ਕਰਨੀ ਕਾਹੇ ਧਾਵੋ, ਤੇ ਮਹਾਰਾਜ ਕਹਿੰਦੇ ਗੁਰ ਕੀ ਕਰਨੀ ਕਾਹੇ ਧਾਵੋ, ਤੇ ਗੁਰੂ ਦੇ ਕਹਿਆ ਬਚਨਾਂ ਤੇ ਕਾਹਦਾ ਸ਼ੰਕਾ। ਜਦ ਗੁਰੂ ਦੀ ਰੀਸ ਕਾਹਦੀ ਕਰਨੀ ਹੈ, ਹਮੇਸ਼ਾ ਦਾਸ ਬਣ ਕੇ, ਨੌਕਰ ਬਣ ਕੇ, ਚਾਕਰ ਬਣ ਕੇ ਆਪਣਾ ਜਿਹੜਾ ਜੀਵਨ ਹੈ ਨਾ ਉਹ ਬਤੀਤ ਕਰਨਾ ਚਾਹੀਦਾ। ਗੁਰੂ ਦੇ ਬਚਨ ਕਮਾਉਣੇ ਚਾਹੀਦੇ ਨੇ, ਗੁਰੂ ਤੋਂ ਆਗੇ ਨਹੀਂ ਚੱਲਣਾ ਚਾਹੀਦਾ ਜੀ। ਜੋ ਕੋਈ ਸੁਣ ਸਮਝ ਮਨ ਮਨ ਮਰਦਾਨਾ, ਸਤਿਗੁਰਾਂ ਦੇ ਬਚਨ ਸੁਣ ਕਰਕੇ ਮਨ ਨੂੰ ਸਮਝਾਉਂਦਾ ਹੈ ਭਾਈ ਮਰਦਾਨਾ ਜੀ। ਵਾਹਿਗੁਰੂ ਕੋ ਜਾਪ ਪਖਾਨਾ, ਤੇ ਡੁੱਬਦਾ ਹੋਇਆ ਭਾਈ ਮਰਦਾਨਾ ਉੱਚੀ ਉੱਚੀ ਮੁਖ ਤੋਂ ਵਾਹਿਗੁਰੂ 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 ਫਰਮਾਉਂਦਾ ਹੈ। ਅਗਰਜ ਦੀ ਸਮਝ ਚਲਦਾ ਭਇਓ, ਇਸ ਪ੍ਰਕਾਰ ਸਮੁੰਦਰ ਦੇ ਉੱਪਰ ਚੱਲਦੇ ਚੱਲਦੇ ਸੈਂਤ ਫੁੱਟਨੇ ਤੇ ਰਹਿ ਗਇਓ, ਤੇ ਭਾਈ ਮਰਦਾਨਾ ਨੇ ਸਤਿਗੁਰਾਂ ਦੇ ਬਚਨ ਕਮਾਏ ਤੇ ਡੁੱਬਣੋਂ ਬਚਿਆ ਇਸ ਹੈ। ਪ੍ਰਕਾਰ ਕੇ ਸਾਗਰ ਤਾਰਾ, ਇਸ ਪ੍ਰਕਾਰ ਗੁਰੂ ਨਾਨਕ ਦੇਵ ਜੀਆਂ ਨੇ ਆਪਣੇ ਬਚਨ ਦੇ ਕਰਕੇ ਸੰਗਤ ਜੀ ਭਾਈ ਮਰਦਾਨੇ ਨੂੰ ਸਮੁੰਦਰ ਪਾਰ ਕਰਵਾਇਆ। ਤੇ ਜੇਕਰ ਅਸੀਂ ਵੀ ਸਤਿਗੁਰਾਂ ਦੇ ਬਚਨ ਕਮਾਵਾਂਗੇ, ਜਿੱਥੇ ਸਤਿਗੁਰਾਂ ਨੇ ਸਾਨੂੰ ਅੰਮ੍ਰਿਤ ਦੀਆਂ ਦਾਤਾਂ ਬਖਸ਼ੀਆਂ ਨੇ, ਮੂਲ ਮੰਤਰ ਗੁਰ ਮੰਤਰ ਦਾ ਅਭਿਆਸ ਸਾਨੂੰ ਪੰਜ ਪਿਆਰੇ ਸ਼ਬਦ ਦ੍ਰਿੜ ਕਰਾਉਂਦੇ ਨੇ। ਕਾਹਦੇ ਵਾਸਤੇ? ਤਾਂ ਜੋ ਅਸੀਂ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਏ। ਜੇਕਰ ਪਰਮੇਸ਼ਰ ਦੇ ਆਪਣੇ ਗੁਰੂ ਦੇ ਬਚਨਾਂ ਨੂੰ ਤਿਆਗ ਕਰਕੇ, ਅੰਮ੍ਰਿਤ ਵੇਲੇ ਦਾ ਨਿਤਨੇਮ ਤਿਆਗ ਕਰਕੇ, ਸੰਧਿਆ ਵੇਲੇ ਰਹਿਰਾਸ ਰਾਤ ਨੂੰ ਕੀਰਤਨ ਸੋਹਿਲਾ ਤਿਆਗ ਕਰਕੇ ਤੇ ਕਿਸੇ ਹੋਰ ਦੇਹਧਾਰੀ ਪਖੰਡੀ ਵੱਲੋਂ ਦਿੱਤੇ ਗਏ ਮੰਤਰ ਜਪੀਏ ਤੇ ਫਿਰ ਤਾਂ ਅਸੀਂ ਸੰਸਾਰ ਸਮੁੰਦਰ ਅੰਦਰ ਜ਼ਰੂਰ ਡੁੱਬ ਜਾਵਾਂਗੇ। ਪਰ ਜੇਕਰ ਗੁਰ ਕਹਿਆ ਸਾਕਾਰ ਕਮਾਵਹੁ, ਤੇ ਜੋ ਗੁਰੂ ਨੇ ਸਾਨੂੰ ਬਚਨ ਦਿੱਤੇ ਨੇ, ਜੋ ਪੰਜ ਪਿਆਰੇ ਸਾਨੂੰ ਦਾਤਾਂ ਬਖਸ਼ਦੇ ਨੇ, ਉਹ ਲੈ ਕਰਕੇ ਜੀਵਨ ਅੰਦਰ ਕਮਾਈਏ, ਫਿਰ ਸੰਸਾਰ ਸਮੁੰਦਰ ਤੋਂ ਪਾਰ ਹੋਵਾਂਗੇ ਜੀ। ਪਹੁੰਚੇ ਕਾਬੂ ਕੇਰ ਬੁਝਾਇਆ, ਇਹਨਾਂ ਸਤਿਗੁਰਾਂ ਨੇ ਭਾਈ ਬਾਲੇ ਮਰਦਾਨੇ ਨੇ ਸਮੁੰਦਰ ਪਾਰ ਕੀਤਾ ਹੈ ਔਰ ਉਸ ਟਾਪੂ ਉੱਪਰ ਪਹੁੰਚੇ ਨੇ। ਮਾਰੂ ਨਗਰ ਵਿਖੇ ਜਬ ਗਏ, ਤੇ ਜਦੋਂ ਮਹਾਰਾਜ ਉਸ ਟਾਪੂ ਦੇ ਉੱਪਰ ਜਿਹੜਾ ਹਾਰੂ ਨਾਮ ਦਾ ਨਗਰ ਵਸਦਾ ਹੈ, ਉਸ ਉੱਪਰ ਗਏ ਨੇ। ਇੱਕ ਘਰ ਨੀਚੇ ਬੈਠ ਭਏ, ਮਹਾਰਾਜ ਇੱਕ ਸੁੰਦਰ ਰੁੱਖ ਨੂੰ ਵੇਖ ਕਰਕੇ ਮਹਾਰਾਜ ਉਹਦੇ ਥੱਲੇ ਬਿਰਾਜੇ ਨੇ। ਧੂਪ ਪ੍ਰਜਾ ਕਹਤੇ ਸਮਝਾਰੀ, ਇਸ ਪ੍ਰਕਾਰ ਜਿਹੜਾ ਉਸ ਨਗਰ ਦਾ ਰਾਜਾ ਸੀ ਔਰ ਸਾਰੀ ਜੋ ਪ੍ਰਜਾ ਸੀ, ਸਭ ਸ੍ਰੀਵਰੇ ਕੇ ਅਨੁਸਾਰੀ, ਤੇ ਉੱਥੇ ਇੱਕ ਸਰੇਵੜਾ, ਇੱਕ ਜਿਹੜਾ ਜੈਨੀ ਮਤ ਦਾ ਸਾਧੂ ਰਹਿੰਦਾ ਸੀ।
ਸਾਰੇ ਹੀ ਉਹਦੇ ਅਨੁਸਾਰ ਉਹਦੇ ਹੁਕਮ ਅੰਦਰ ਚੱਲਦੇ ਸੀ। ਇਸ ਪ੍ਰਕਾਰ ਉਸ ਸਰੇਵੜੇ ਕੋਲੋਂ ਉਸ ਜੈਨੀ ਕੋਲੋਂ ਉਪਦੇਸ਼ ਲੈਂਦੇ ਸਨ ਜੀ। ਤੇ ਸਾਰਾ ਹੀ ਦੇਸ਼ ਉਹਦੀ ਸਿੱਖਿਆ ਲੈ ਕਰਕੇ ਉਹਦੇ ਹੁਕਮਾਂ ਅਨੁਸਾਰ ਚੱਲਦਾ ਸੀ। ਜਦੋਂ ਇਸ ਹਾਰੂ ਨਗਰ ਦੇ ਕਿਸਾਨਾਂ ਨੂੰ ਆਪਣੀ ਖੇਤੀ ਵਾਸਤੇ ਬਰਖਾ ਦੀ ਬਰਸਾਤ ਦੀ ਲੋੜ ਹੁੰਦੀ ਸੀ ਤੇ ਸਾਰੇ ਕਿਸਾਨ ਇਕੱਠੇ ਹੋ ਕਰਕੇ ਇਸ ਸਰੇਵੜੇ ਕੋਲੋਂ ਜਾ ਕੇ ਮੰਗਦੇ ਸਨ ਜੀ। ਤੇ ਇਹਨੂੰ ਥੋੜੇ ਬਹੁਤੇ ਜੰਤਰ ਮੰਤਰ ਆਉਂਦੇ ਸਨ ਤੇ ਉਹਨਾਂ ਦੇ ਅਨੁਸਾਰ ਇਹ ਬਰਸਾਤ ਕਰਵਾਉਂਦਾ ਸੀ। ਤੇ ਸਾਰਿਆਂ ਦੇ ਕੋਲੋਂ ਆਪਣਾ ਨਾਮ ਜਪਾਉਂਦਾ ਸੀ, ਆਪਣੀ ਸੇਵਾ ਕਰਵਾਉਂਦਾ ਸੀ। ਤੇ ਜੋ ਨਗਰ ਦੇ ਲੋਕ ਕੋਈ ਪੁੱਤਰ ਦੀ ਦਾਤ ਮੰਗਦਾ ਸੀ ਜੀ ਤੇ ਆਪਣੀਆਂ ਜੰਤਰਾਂ ਮੰਤਰਾਂ ਦੇ ਅਨੁਸਾਰ ਉਹਨਾਂ ਨੂੰ ਪੁੱਤਰਾਂ ਦੇ ਬਚਨ ਕਰਦਾ ਸੀ, ਦਾਤਾਂ ਬਖਸ਼ਦਾ ਸੀ। ਤੇ ਜੇ ਕੋਈ ਹੋਰ ਵੀ ਪਦਾਰਥ ਚਾਹੁੰਦਾ ਸੀ ਤੇ ਆਪਣੇ ਜੰਤਰਾਂ ਮੰਤਰਾਂ ਰਿੱਧੀਆਂ ਸਿੱਧੀਆਂ ਦੇ ਨਾਲ ਉਹਨਾਂ ਦੇ ਕੰਮ ਪੂਰੇ ਕਰਦਾ ਸੀ, ਸਿੱਧ ਕਰਦਾ ਸੀ। ਇਸ ਪ੍ਰਕਾਰ ਜਿਹੜੇ ਨਗਰ ਦੇ ਲੋਕ ਸਾਰੇ ਹੀ ਉਹਦੀ ਜੈ ਜੈਕਾਰ ਉਹਦੀ ਭਜਨ ਬੰਦਗੀ ਕਰਦੇ ਸਨ ਜੀ। ਤੇ ਕਦੇ ਪਰਮੇਸ਼ਰ ਦਾ ਵਾਹਿਗੁਰੂ ਦਾ ਨਾਮ ਤਾਂ ਜਪਿਆ ਹੀ ਨਹੀਂ ਸੀ। ਤੇ ਭਾਈ ਮਰਦਾਨਾ ਜੀ ਆਪਣੀ ਮੌਜ ਵਿੱਚ ਆ ਕਰਕੇ ਰਬਾਬ ਚੱਕੀ ਹੈ ਔਰ ਉੱਚੀ ਉੱਚੀ ਕੀਰਤਨ ਕਰਦੇ ਨੇ। ਇਸ ਪ੍ਰਕਾਰ ਅਕਾਲ ਪੁਰਖ ਵਾਹਿਗੁਰੂ ਦੀ ਉਪਮਾ ਵਡਿਆਈ ਦੇ ਬਚਨ ਉਚਾਰਦੇ ਨੇ ਜੀ। ਤੇ ਜਦੋਂ ਨਗਰ ਦੇ ਲੋਕਾਂ ਨੇ ਰਬਾਬ ਦੀਆਂ ਮਿੱਠੀਆਂ ਧੁਨਾਂ ਸੁਣੀਆਂ ਨੇ ਔਰ ਸੁੰਦਰ ਜਿਹੜਾ ਸ਼ਬਦ ਤਪਦਿਆਂ ਹਿਰਦਿਆਂ ਨੂੰ ਠੰਡ ਦੇਣ ਵਾਲਾ ਸੁਣਿਆ ਹੈ ਤੇ ਨਗਰ ਦੇ ਲੋਕ ਆਪਣੇ ਆਪ ਜਿਵੇਂ ਫੁੱਲਾਂ ਦੇ ਉੱਪਰ ਭੌਰੇ ਚੱਲ ਆਉਂਦੇ ਨੇ, ਏਦਾਂ ਸਤਿਗੁਰਾਂ ਦੇ ਪਾਸ ਆਏ ਨੇ। ਤੇ ਸਾਰੇ ਇਕਾਗਰ ਚਿਤ ਹੋ ਕਰਕੇ ਨੇਤਰ ਬੰਦ ਕਰਕੇ ਸਤਿਗੁਰਾਂ ਦਾ ਸ਼ਬਦ ਸੁਣਦੇ ਨੇ ਜੀ। ਤੇ ਜਦੋਂ ਸ਼ਬਦ ਦੀ ਸਮਾਪਤੀ ਹੋਈ ਹੈ ਤੇ ਨਗਰ ਦੇ ਲੋਕ ਇਸ ਪ੍ਰਕਾਰ ਪੁੱਛਦੇ ਨੇ ਕਿ ਜੋ ਤੁਸੀਂ ਇਹ ਗੀਤ ਗਾਏ ਨੇ, ਜੋ ਤੁਸੀਂ ਇਹ ਸ਼ਬਦ ਉਚਾਰੇ ਨੇ, ਇਹਨਾਂ ਦੇ ਅਰਥ ਦੱਸੋ, ਇਹ ਕੀ ਸਨ? ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਇਹਨਾਂ ਸ਼ਬਦਾਂ ਦੇ ਅਰਥ ਨੇ ਕਿ ਮਨੁੱਖ ਨੂੰ ਸਵਾਸ ਸਵਾਸ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ ਹੈ। ਤੇ ਜਿਹੜਾ ਅੰਤਲੇ ਸਮੇਂ ਕੰਮ ਆਉਂਦਾ ਹੈ ਜੀ ਤੇ ਜਿਹੜੇ ਵਿਸ਼ੇ ਵਿਕਾਰਾਂ ਦੇ ਥੋੜੇ ਥੋੜੇ ਸੁੱਖ ਹਨ ਉਹ ਸਾਰੇ ਤਿਆਗ ਦੇਵੋ। ਬੜੀ ਪ੍ਰੇਮਾ ਭਗਤੀ ਦੇ ਨਾਲ ਪਰਮੇਸ਼ਰ ਦੇ ਨਾਲ ਪ੍ਰੇਮ ਕਰੋ ਜੀ। ਇਸ ਪ੍ਰਕਾਰ ਸਤਿਗੁਰਾਂ ਦੇ ਬਚਨ ਸੁਣ ਕਰਕੇ ਇਹ ਲੋਕ ਬੋਲੇ ਨੇ। ਕਹਿਣ ਲੱਗੇ ਜੀ ਜੋ ਸਾਡਾ ਇਸ ਨਗਰ ਦਾ ਗੁਰੂ ਹੈ ਉਹ ਤਾਂ ਸਾਡੇ ਕੋਲੋਂ ਆਪਣਾ ਹੀ ਨਾਮ ਜਪਾਉਂਦਾ ਹੈ ਤੇ ਸਾਨੂੰ ਕਹਿੰਦਾ ਹੈ ਕਿ ਅਕਾਲ ਪੁਰਖ ਵਾਹਿਗੁਰੂ ਕੋਈ ਹੋਰ ਨਹੀਂ, ਬਸ ਮੈਂ ਹੀ ਰੱਬ ਹਾਂ। ਤੇ ਸਾਨੂੰ ਇਹ ਉਪਦੇਸ਼ ਦਿੰਦਾ ਹੈ ਕਿ ਜਿਵੇਂ ਇੱਕ ਛੋਟੇ ਜਿਹੇ ਬੀਜ ਤੋਂ, ਜਿਵੇਂ ਇੱਕ ਰੁੱਖ ਤੋਂ ਰੁੱਖ ਨੂੰ ਲੱਗੇ ਫਲ ਦੇ ਵਿੱਚੋਂ ਇੱਕ ਬੀਜ ਪ੍ਰਾਪਤ ਹੁੰਦਾ ਹੈ। ਇੱਕ ਰੁੱਖ ਤੋਂ ਹੀ ਬੀਜ ਪ੍ਰਾਪਤ ਹੁੰਦਾ ਹੈ ਤੇ ਉਸ ਬੀਜ ਤੋਂ ਹੀ ਦੁਬਾਰੇ ਇੱਕ ਹੋਰ ਰੁੱਖ ਬਣਦਾ ਹੈ।
ਕਿ ਏਦਾਂ ਮਨੁੱਖ ਤੋਂ ਅੱਗੇ ਮਨੁੱਖ ਪੈਦਾ ਹੁੰਦੇ ਨੇ ਅਮਰ ਨ ਕਰਤਾ ਲਖੀਏ ਤੇ ਕੋਏ। ਇੱਥੇ ਕੋਈ ਰੱਬ ਹੋਰ ਨਹੀਂ, ਇੱਥੇ ਕੋਈ ਇਸ ਸੰਸਾਰ ਨੂੰ ਚਲਾਉਣ ਵਾਲਾ ਹੋਰ ਨਹੀਂ, ਬਸ ਮੈਂ ਹੀ ਰੱਬ ਹਾਂ ਤੇ ਮੈਂ ਹੀ ਉਪਦੇਸ਼ ਦਿੰਦਾ ਹਾਂ। ਤਿਸੋ ਅਮਨੇ ਉਪਦੇਸ਼ ਦ੍ਰਿੜਾਵਿਓ। ਇਸ ਪ੍ਰਕਾਰ ਮਹਾਰਾਜ ਸਾਡੇ ਤਾਈਂ ਉਪਦੇਸ਼ ਦ੍ਰਿੜਾਉਂਦਾ ਹੈ ਨਾਨਾ ਜੁਗਤ ਸੰਗ ਸਮਝਾਇਓ। ਤੇ ਬੜੇ ਇਸ ਪ੍ਰਕਾਰ ਪ੍ਰਮਾਣ ਦੇ ਕੇ ਸਾਨੂੰ ਸਮਝਾਉਂਦਾ ਹੈ। ਆਸ ਸੰਭਾਖਨ ਕਾਰਨ ਤਬਹੀ। ਤੇ ਇਸ ਲਈ ਮਹਾਰਾਜ ਜਦੋਂ ਉਹ ਨਗਰ ਦਿਆਂ ਲੋਕਾਂ ਨੇ ਸਤਿਗੁਰਾਂ ਤਾਈਂ ਸਾਰੀ ਇਹ ਗੱਲਬਾਤ ਦੱਸੀ ਹੈ ਆਪ ਆਪਣੇ ਘਰ ਕੇ ਸਬਹੀ। ਤੇ ਸਤਿਗੁਰਾਂ ਨੂੰ ਸਾਰੀ ਇਹ ਗੱਲਬਾਤ ਦੱਸ ਕੇ ਆਪਣੇ ਨਗਰ ਦੀ ਰੌਣਕੀ ਸਾਰੇ ਹੀ ਆਪੋ ਆਪਣੇ ਘਰਾਂ ਨੂੰ ਵਾਪਸ ਗਏ ਨੇ ਜੀ। ਡੋਬਰਾ ਬਰਖਾ ਤੱਤੇ ਹਟ ਗਈ। ਜਦੋਂ ਤੇ ਗੁਰੂ ਨਾਨਕ ਪਾਤਸ਼ਾਹ ਜਾ ਕੇ ਨਗਰ ਵਿੱਚ ਬੈਠੇ ਨੇ ਉਦੋਂ ਬਾਅਦ ਉੱਥੇ ਵਰਖਾ ਨਹੀਂ ਹੋਈ, ਬਰਸਾਤ ਨਹੀਂ ਹੋਈ ਜੀ। ਜਬ ਕੇ ਬੈਠੇ ਜਾਏ। ਜਦੋਂ ਤੇ ਸਤਿਗੁਰੂ ਜੀ ਜਾ ਬਿਰਾਜੇ ਨੇ ਲੱਗੇ ਸੁਕਨ ਸਤ ਕੋ। ਜਦੋਂ ਚਾਰੇ ਪਾਸੇ ਸੋਕਾ ਪੈਣਾ ਸ਼ੁਰੂ ਹੋਇਆ ਹੈ ਤੋੜੇ ਹੋਤ ਉਪਾਏ। ਤੇ ਕੋਈ ਜਲ ਦਾ ਉਪਾਅ ਹੁੰਦਾ ਨਹੀਂ ਜਿੱਥੋਂ ਇਹ ਸੁੱਕਦੀਆਂ ਖੇਤੀਆਂ ਬਚਾ ਸਕਣ। ਚੌਪਈ ਕੀਤੀ ਕਲਾ ਤਾਹੇ ਕੀ ਸਗਰੀ। ਗੁਰੂ ਨਾਨਕ ਪਾਤਸ਼ਾਹ ਜੀ ਨਗਰ ਤੋਂ ਬਾਹਰ ਬੈਠੇ ਨੇ ਤੇ ਉਹ ਜਿਹੜਾ ਸਰੇਵੜਾ ਸਾਧ ਸੀ ਉਹਦੀਆਂ ਸਾਰੀਆਂ ਕਰਾਮਾਤਾਂ ਜੋ ਰਿੱਧੀਆਂ ਸਿੱਧੀਆਂ ਉਹਦੇ ਕੋਲ ਸਨ, ਮਹਾਰਾਜ ਨੇ ਸਾਰੀਆਂ ਆਪਣੇ ਕੋਲ ਖਿੱਚ ਲਈਆਂ ਨੇ। ਜੋਗਰ ਬਣਿਆ ਮੋਤ ਸਭ ਨਗਰੀ। ਇਹ ਜਿਹੜਾ ਦੇਹਧਾਰੀ ਬੜਾ ਪਖੰਡੀ ਗੁਰੂ ਬਣਿਆ ਸੀ। ਜਬ ਬਰਖਾ ਕੀ ਭੀ ਬਹੁ ਚਾਹੀ। ਤੇ ਜਦੋਂ ਸਾਰਿਆਂ ਲੋਕਾਂ ਨੇ ਬਰਖਾ ਦੀ ਮੰਗ ਕੀਤੀ ਹੈ ਨਰਮਲ ਕੇ ਸਰੇਵਰੇ ਪਾਹੀ। ਤੇ ਸਾਰੇ ਲੋਕ ਮਿਲ ਕੇ ਇਸ ਪ੍ਰਕਾਰ ਜਿਹੜਾ ਨਗਰ ਦਾ ਸਾਧੂ ਸੀ ਨਾ ਸਰੇਵੜਾ ਉਹਦੇ ਕੋਲ ਗਏ ਨੇ। ਆਪਨ ਮੰਤਰ ਬਿਦ ਸੰਗ ਉਚਾਰਿਓ। ਤੇ ਇਸ ਪ੍ਰਕਾਰ ਜਿਹੜੇ ਆਪਣੇ ਮੰਤਰ ਤੰਤਰ ਸਨ ਸਾਰੇ ਉਸਨੇ ਪੜ੍ਹਨਾ ਕੀਤੇ ਨੇ। ਮੇਰਾ ਬੜਾ ਯਤਨ ਕਰ ਮਾਰਿਓ। ਬੜਾ ਯਤਨ ਕੀਤਾ, ਬੜੇ ਉਪਰਾਲੇ ਕੀਤੇ ਪਰ ਮੀਂਹ ਨਹੀਂ ਪਿਆ ਜੀ। ਪਏ ਨਿਰਾਸ ਲੋਕ ਘਰ ਆਏ। ਬੜੇ ਦੁਖੀ ਹੋ ਕਰਕੇ ਨਗਰ ਦੇ ਲੋਕ ਆਪਣੇ ਘਰਾਂ ਨੂੰ ਆਏ ਨੇ ਔਰ ਚਿੰਤਾ ਤੋਰ ਦੁੱਖੋ ਪਾਏ। ਤੇ ਬੜੀਆਂ ਚਿੰਤਾ ਦੇ ਸਹਿਤ ਦੁਖੀ ਹੋਏ ਨੇ। ਕਿਤਕ ਜੇ ਬੈਠ ਗੁਰੂ ਟਿਕ ਆਈ। ਇਸ ਪ੍ਰਕਾਰ ਕਿਤਕ ਜੇ ਬੈਠ ਜਿੱਥੇ ਮਹਾਰਾਜ ਬੈਠੇ ਹੋਏ ਸਨ ਕੁਝ ਕੁ ਲੋਕ ਚੱਲ ਕੇ ਸਤਿਗੁਰਾਂ ਕੋਲ ਆਏ ਨੇ ਤੇ ਸਤਿਗੁਰਾਂ ਨੂੰ ਪੁੱਛਣ ਦੀ ਬਾਬਤ ਏਦਾਂ ਬੋਲੇ ਨੇ। ਜਦੋਂ ਸਤਿਗੁਰਾਂ ਦੇ ਕੋਲ ਆ ਕੇ ਇਹ ਦੁਖੀ ਲੋਕ ਬੈਠੇ ਨੇ ਸੰਗਤ ਜੀ, ਫਿਰ ਗੁਰੂ ਨਾਨਕ ਦੇਵ ਜੀ ਇਹਨਾਂ ਤਾਈਂ ਪੁੱਛਣ ਤਾਈਂ ਬੋਲੇ ਨੇ ਕਿ ਭਾਈ ਤੁਹਾਡੇ ਦੁੱਖ ਦਾ ਕਾਰਨ ਕੀ ਹੈ, ਕਿਉਂ ਚਿੰਤਾ ਵਿੱਚ ਡੁੱਬੇ ਹੋ? ਕਿਹੜਾ ਤੁਹਾਡੇ ਕੋਲੋਂ ਖੋਟਾ ਕੰਮ ਹੋਇਆ? ਜਿਹਦੇ ਕੋਲੋਂ ਖੋਟਾ ਕੰਮ ਹੁੰਦਾ ਹੈ ਉਹੀ ਦੁਖੀ ਹੁੰਦਾ ਹੈ। ਇਸ ਪ੍ਰਕਾਰ ਸੁਣ ਕਰਕੇ ਸਤਿਗੁਰਾਂ ਦੇ ਬਚਨ ਇਹ ਬੋਲੇ ਨੇ ਕਿ ਮਹਾਰਾਜ ਜਿਹੜੇ ਸਾਡੇ ਖੇਤ ਹਨ ਨਾ ਜਲ ਤੋਂ ਬਿਨਾਂ ਸਾਰੇ ਸੁੱਕਦੇ ਜਾਂਦੇ ਨੇ ਤੇ ਜਿਹੜਾ ਸਾਡੇ ਨਗਰ ਦਾ ਇਹ ਸਾਧੂ ਗੁਰੂ ਸੀ ਮਹਾਰਾਜ ਹਰ ਵਾਰ ਸਾਨੂੰ ਇਹੀ ਬਰਸਾਤ ਦਿੰਦਾ ਸੀ। ਮਹਾਰਾਜ ਹੁਣ ਇਸ ਪ੍ਰਕਾਰ ਇਹਦੇ ਕਹਿਣ ਦੇ ਉੱਪਰ ਵੀ ਬਰਸਾਤ ਨਹੀਂ ਹੋਈ। ਮਹਾਰਾਜ ਆਪਣੀਆਂ ਖੇਤੀਆਂ ਬਾਰੇ ਸੋਚ ਸੋਚ ਕੇ ਅਸੀਂ ਦੁਖੀ ਹਾਂ। ਮਹਾਰਾਜ ਕੋਈ ਉਪਾਅ ਢੰਗ ਤਰੀਕਾ ਸਾਡੇ ਕੋਲ ਨਹੀਂ ਹੈ ਜਿਸ ਨਾਲ ਖੇਤੀਆਂ ਨੂੰ ਬਚਾ ਲਈਏ। ਮਹਾਰਾਜ ਕਹਿੰਦੇ ਭਾਈ ਸਤਿਨਾਮ ਵਾਹਿਗੁਰੂ ਦਾ ਜਪ ਕਰੋ। ਜਿਹੜਾ ਲੋਕ ਅਤੇ ਪਰਲੋਕ ਵਿੱਚ ਤੁਹਾਡੇ ਕੰਮ ਆਵੇਗਾ। ਤੇ
ਤੇ ਮਹਾਰਾਜ ਕਹਿੰਦੇ ਜਿਹੜਾ ਇਹ ਪਖੰਡੀ ਸਾਧ ਹੈ ਨਾ ਨਗਰ ਵਿੱਚ ਇਹਦੀ ਸੇਵਾ ਛੱਡ ਦੇਵੋ। ਜਿਹੜਾ ਇੱਕ ਅਕਾਲ ਪੁਰਖ ਵਾਹਿਗੁਰੂ ਸਾਰੀ ਸ੍ਰਿਸ਼ਟੀ ਨੂੰ ਰਚਣ ਵਾਲਾ ਹੈ, ਮਹਾਰਾਜ ਕਹਿੰਦੇ ਉਸ ਨੂੰ ਸਿਮਰਨ ਕਰੋ ਜੀ। ਮਹਾਰਾਜ ਕਹਿੰਦੇ ਜੋ ਵੀ ਮਨ ਦੇ ਵਿੱਚ ਤੁਹਾਡੇ ਇੱਛਾ ਹੋਵੇਗੀ ਨਾ ਪਰਮੇਸ਼ਰ ਉਹ ਪੂਰੀ ਕਰਨਗੇ। ਤੇ ਜਦੋਂ ਸਤਿਗੁਰਾਂ ਦੀ ਕਿਰਪਾ ਹੋ ਜਾਵੇ ਫਿਰ ਮੁੜ ਕੇ ਕਿਸੇ ਚੀਜ਼ ਦੀ ਚਿੰਤਾ ਨਹੀਂ ਰਹਿੰਦੀ ਜੀ। ਇਸ ਪ੍ਰਕਾਰ ਆਪਣੇ ਮਨਾਂ ਨੂੰ ਟਿਕਾ ਕਰਕੇ ਡੋਲਣ ਤੋਂ ਰਹਿਤ ਕਰਕੇ ਸ਼ਰਧਾ ਧਾਰਨ ਕਰੋ ਤੇ ਪੂਰਨ ਵਿਧੀ ਦੇ ਨਾਲ ਇੱਕੋ ਜਿਹਾ ਆਟਾ, ਇੱਕੋ ਜਿਹੀ ਖੰਡ, ਇੱਕੋ ਜਿਹਾ ਘਿਓ ਪਾ ਕਰਕੇ ਤੁਸੀਂ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰੋ। ਜਦੋਂ ਵਾਹਿਗੁਰੂ ਅੱਗੇ ਅਰਦਾਸ ਕਰੋਗੇ ਜੀ ਇਸ ਪ੍ਰਕਾਰ ਫਿਰ ਤੁਹਾਡੀਆਂ ਇੱਛਾਵਾਂ ਅਨੁਸਾਰ ਬਰਸਾਤ ਹੋਵੇਗੀ। ਇਸ ਪ੍ਰਕਾਰ ਸਤਿਗੁਰਾਂ ਦੇ ਬਚਨ ਸੁਣ ਕਰਕੇ ਤੇ ਸਤਿਗੁਰਾਂ ਦੇ ਕੋਲੋਂ ਉੱਠੇ ਨੇ ਆਪੋ ਆਪਣੇ ਘਰਾਂ ਵਿੱਚ ਗਏ ਨੇ। ਇਸ ਪ੍ਰਕਾਰ ਨਗਰ ਵਿੱਚ ਜਾ ਕਰਕੇ ਸਾਰਿਆਂ ਨੇ ਇਸ ਪ੍ਰਕਾਰ ਵਿਚਾਰਾਂ ਕੀਤੀਆਂ ਨੇ ਤੇ ਬੜੇ ਪ੍ਰੇਮ ਦੇ ਨਾਲ ਨਗਰ ਦੇ ਲੋਕਾਂ ਨੇ ਆਪੋ ਆਪਣੀਆਂ ਰਸਤਾਂ ਵਸਤਾਂ ਲਿਆ ਕਰਕੇ ਕਿਸੇ ਨੇ ਖੰਡ, ਕਿਸੇ ਨੇ ਆਟਾ, ਕਿਸੇ ਨੇ ਘਿਓ ਲਿਆਂਦਾ ਹੈ। ਇਸ ਪ੍ਰਕਾਰ ਦੇਗ ਤਿਆਰ ਕੀਤੀ ਹੈ। ਇਸ ਪ੍ਰਕਾਰ ਜਦੋਂ ਦੋਨੋਂ ਹੱਥ ਜੋੜ ਕਰਕੇ ਅਰਦਾਸਾ ਸੋਧਿਆ ਹੈ ਤੇ ਭਾਈ ਬਾਲਾ ਜੀ ਕਹਿੰਦੇ ਚਾਰੇ ਦਿਸ਼ਾਵਾਂ ਤੋਂ ਕਾਲੀਆਂ ਘਟਾਵਾਂ ਚੜ ਆਈਆਂ ਨੇ ਤੇ ਬੜੀ ਬਰਸਾਤ ਹੋਣ ਲੱਗੀ ਹੈ ਤੇ ਸਾਰਿਆਂ ਦੇ ਹਿਰਦੇ ਅੰਦਰ ਬੜੀ ਪ੍ਰਸੰਨਤਾ ਖੁਸ਼ੀ ਆਈ ਹੈ ਤੇ ਜਿਹੜਾ ਨਗਰ ਦਾ ਰਾਜਾ ਸੀ ਔਰ ਸਾਰੀ ਪ੍ਰਜਾ ਗੁਰੂ ਕੋਲ ਆਏ ਨੇ ਸਤਿਗੁਰਾਂ ਤਾਈਂ ਆ ਕੇ ਨਮਸਕਾਰ ਕਰਦੇ ਨੇ ਜੀ। ਕਹਿੰਦੇ ਜੀ ਤੁਸੀਂ ਤਾਂ ਸੁੱਖਾਂ ਦੇ ਬੱਦਲ ਹੋ। ਆਪ ਜੀਆਂ ਨੂੰ ਬੰਦਨਾ ਕਰਨੀ ਬਣਦੀ ਹੈ। ਆਪ ਜੀਆਂ ਦਾ ਪ੍ਰਕਾਸ਼ ਚੰਦਰਮੇ ਵਰਗਾ ਹੈ। ਮਹਾਰਾਜ ਸਾਨੂੰ ਹੁਣ ਆਪਣੀ ਸਿੱਖੀ ਦੀ ਮਰਿਆਦਾ ਦੱਸੋ, ਸਿੱਖਿਆ ਦੇਵੋ ਜੀ। ਮਹਾਰਾਜ ਆਪਣੇ ਸਿੱਖ ਬਣਾਉਣਾ ਕਰੋ, ਆਪ ਜੀਆਂ ਦੀ ਸੇਵਾ ਕਰੀਏ। ਮਹਾਰਾਜ ਆਪ ਜੀਆਂ ਦੀ ਐਸੀ ਵੱਡੀ ਸ਼ਕਤੀ ਵੇਖ ਕਰਕੇ ਮਹਾਰਾਜ ਅਸੀਂ ਆਪ ਜੀਆਂ ਦੇ ਚਰਨਾਂ ਦੀ ਸ਼ਰਨ ਤੱਕੀ ਹੈ, ਹੁਣ ਸਾਡੀ ਲਾਜ ਰੱਖੋ। ਇਸ ਪ੍ਰਕਾਰ ਮਹਾਰਾਜ ਉਹ ਨਗਰ ਦੇ ਲੋਕਾਂ ਤਾਈਂ ਮਹਾਰਾਜ ਨਿਹਾਲ ਕਰ ਰਹੇ ਨੇ। ਇਹਨਾਂ ਪ੍ਰਸੰਗਾਂ ਦੇ ਵਿੱਚੋਂ ਸੰਗਤ ਜੀ ਸਾਨੂੰ ਸਿੱਖਿਆ ਕੀ ਮਿਲਦੀ ਹੈ ਕਿ ਜਦੋਂ ਵੀ ਕੋਈ ਦੁੱਖ ਦਾ ਸਮਾਂ ਬਣੇ ਜਾਂ ਕੋਈ ਸੁੱਖ ਦਾ ਸਮਾਂ ਆਵੇ, ਦੁੱਖ ਦੇ ਵਿੱਚ ਅਰਦਾਸ ਕਰਨ ਲਈ ਤੇ ਸੁੱਖ ਦੇ ਵਿੱਚ ਸ਼ੁਕਰਾਨਾ ਕਰਨ ਲਈ ਇਸ ਪ੍ਰਕਾਰ ਦੇਗ ਤਿਆਰ ਕਰਕੇ ਅਕਾਲ ਪੁਰਖ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੱਗੇ ਅਰਦਾਸ ਕਰਨੀ ਚਾਹੀਦੀ ਹੈ। ਤੇ ਇੱਕ ਗੱਲ ਜ਼ਰੂਰ ਨੋਟ ਕਰਿਓ, ਜਿਹੜੀ ਅਰਦਾਸ ਹੈ ਨਾ ਇਹ ਸੰਗਤੀ ਰੂਪ ਵਿੱਚ ਕਰਵਾਇਆ ਕਰੋ। ਜਿਵੇਂ ਹੁਣ ਵੱਡੀ ਅਰਦਾਸ ਹੁੰਦੀ ਹੈ, ਇੱਥੇ ਆਪਣੀਆਂ ਮਰਜ਼ੀ ਅਨੁਸਾਰ ਜਿੰਨੀ ਕੁ ਸਮਰੱਥਾ ਹੋਵੇ ਦੇਗ ਦਾ ਰਾਸ਼ਨ ਗੁਰੂ ਘਰ ਖੜਾਇਆ ਕਰੋ। ਗੁਰੂ ਘਰ ਦੇਗ ਤਿਆਰ ਹੋਵੇ, ਪੂਰਨ ਮਰਿਆਦਾ ਦੇ ਨਾਲ ਜਲਦੇ ਛੜਕਾ ਕਰਦੇ ਹੋਏ ਦੇਗ ਸਤਿਗੁਰਾਂ ਦੀ ਹਜ਼ੂਰੀ ਵਿੱਚ ਆਵੇ ਜੀ। ਤੇ ਇੱਥੇ ਇਸ ਪ੍ਰਕਾਰ ਜਿੱਥੇ ਕਥਾ ਕੀਰਤਨ ਦਾ ਪ੍ਰਵਾਹ ਚੱਲਦਾ ਹੈ, ਇੱਥੇ ਅਰਦਾਸ ਬੇਨਤੀ ਹੋਵੇ। ਪਰ ਸਾਡੇ ਸੁਭਾਅ ਐਸੇ ਬਣ ਚੁੱਕੇ ਨੇ ਜਿਵੇਂ ਅਸੀਂ ਸਾਧਾਂ ਦੇ ਕੋਲ ਜਾ ਕਰਕੇ ਲੋਕਾਂ ਤੋਂ ਚੋਰੀ ਚੋਰੀ ਮੰਤਰ ਲੈਂਦੇ ਹਾਂ। ਇੱਦਾਂ ਸੁਭਾਅ ਬਣ ਗਏ ਨੇ, ਚੋਰੀ ਚੋਰੀ ਦੇਗਾਂ ਘਰੋਂ ਲੈ ਕੇ ਆਉਂਦੇ,
ਚੋਰੀ ਚੋਰੀ ਦੇਗ ਲਿਆ ਕੇ ਤੇ ਅੰਦਰ ਵੇਖਦੇ ਆ ਵੀ ਕੋਈ ਬੈਠਾ ਤਾਂ ਨਹੀਂ, ਅਸੀਂ ਅਰਦਾਸ ਕਰਵਾਉਣੀ ਹੈ। ਤੇ ਇੱਦਾਂ ਦੇ ਸੁਭਾਅ ਛੱਡਦੇ ਨੇ। ਜਿਹੜੀ ਅਰਦਾਸ ਪ੍ਰਵਾਨ ਹੁੰਦੀ ਹੈ ਨਾ, ਉਹ ਸੰਗਤ ਦੇ ਵਿੱਚ ਹੁੰਦੀ ਹੈ। ਕਿਉਂਕਿ ਜਿੱਥੇ 60-70 ਜਾਣੇ ਹੱਥ ਜੋੜ ਕੇ ਖੜੇ ਹੋਣ ਤੇ ਅਰਦਾਸ ਬੇਨਤੀ ਹੁੰਦੀ ਹੋਵੇ, ਉਹ 60-70 ਜਾਣਿਆਂ ਦਾ ਤਰਲਾ ਹੁੰਦਾ ਹੈ। ਸਾਰਿਆਂ ਦੀ ਬੇਨਤੀ, ਸਾਰਿਆਂ ਦੀ ਅਰਦਾਸ ਹੁੰਦੀ ਹੈ ਕਿ ਭਾਈ ਇਹਦਾ ਕਾਰਜ ਪੂਰਨ ਹੋਵੇ। ਇਸ ਪ੍ਰਕਾਰ ਜਿਹੜੀ ਦੇਗ ਦੀ ਅਰਦਾਸ ਹੈ, ਉਹ ਗੁਰੂ ਘਰ ਰਾਸ਼ਨ ਫੜਾਇਆ ਕਰੋ ਤੇ ਗੁਰੂ ਘਰ ਹੀ ਅਰਦਾਸ ਕਰਵਾਇਆ ਕਰੋ। ਸੰਗਤ ਦੇ ਵਿੱਚ ਆਪਣੀ ਮਰਜ਼ੀ ਦੇ ਨਾਲ ਅਸੀਂ ਘਰੋਂ ਦੇਗ ਤਿਆਰ ਕਰਦੇ ਹਾਂ। ਉਹਨਾਂ ਭਾਂਡਿਆਂ ਦੇ ਵਿੱਚ, ਜਿਨ੍ਹਾਂ ਭਾਂਡਿਆਂ ਦੇ ਵਿੱਚ ਅਸੀਂ ਆਪਣੀ ਦਾਲ ਸਬਜ਼ੀ ਬਣਾਉਂਦੇ ਹਾਂ, ਜਿਨ੍ਹਾਂ ਭਾਂਡਿਆਂ ਦੇ ਵਿੱਚ ਅਸੀਂ ਆਪਣੇ ਸ਼ਬਦ ਨੂੰ ਬਣਾਉਂਦੇ ਹਾਂ, ਤੇ ਫਿਰ ਜਿਨ੍ਹਾਂ ਗੱਡੀਆਂ ਦੇ ਵਿੱਚ ਕਦੇ ਦਾਰੂ ਦੀਆਂ ਬੋਤਲਾਂ ਪਈਆਂ ਹੁੰਦੀਆਂ ਨੇ, ਉਹਨਾਂ ਗੱਡੀਆਂ ਦੇ ਵਿੱਚ ਅਸੀਂ ਦੇਗਾਂ ਲੈ ਕੇ ਆਉਂਦੇ ਹਾਂ। ਉਹਨਾਂ ਗੱਡੀਆਂ ਵਿੱਚ ਵੀ ਜੋੜੇ ਹੁੰਦੇ ਨੇ, ਨਾ ਕੋਈ ਪਾਣੀ ਦਾ ਛਿੜਕਾਅ ਹੁੰਦਾ ਹੈ। ਜਾਂ ਗਲੀਆਂ ਦੇ ਵਿੱਚ ਦੀ ਚੱਲ ਕੇ ਆਉਣੇ ਆ ਜਿੱਥੇ ਪਸ਼ੂਆਂ ਦੀ ਗੰਦਗੀ, ਕੁੱਤਿਆਂ ਦੀ ਗੰਦਗੀ ਪਈ ਹੁੰਦੀ ਹੈ, ਕਈ ਪ੍ਰਕਾਰ ਦੇ ਨਸ਼ੇ ਡਿੱਗੇ ਹੁੰਦੇ ਨੇ, ਉੱਥੋਂ ਅਸੀਂ ਦੇਗ ਲਿਆ ਕੇ ਆ ਕੇ ਛੇਤੀ ਛੇਤੀ ਗ੍ਰੰਥੀ ਲੱਭਦੇ ਹਾਂ। ਭਾਈ ਜੇਕਰ ਗ੍ਰੰਥੀ ਗੁਰੂ ਘਰ ਨਾ ਹੋਵੇ, ਪਰ ਸਾਰੇ ਪਿੰਡ ਵਿੱਚ ਭੰਡੀ ਪ੍ਰਚਾਰ ਕਰਦੇ ਨੇ ਕਿ ਅਸੀਂ ਦੇਗ ਕਰਵਾਉਣ ਗਏ ਸੀ ਤੇ ਬਾਬਾ ਤਾਂ ਲੱਭਿਆ ਹੀ ਨਹੀਂ, ਪਤਾ ਨਹੀਂ ਕਿੱਥੇ ਗਿਆ ਸੀ। ਹੁਣ ਬਾਬੇ ਨੂੰ ਤਾਂ ਸੁਪਨਾ ਨਹੀਂ ਆਉਂਦਾ ਨਾ ਕਿ ਤੁਸੀਂ ਦੇਗ ਕਰਵਾਉਣੀ ਹੈ, ਜਾਂ ਤੁਸੀਂ ਘਰੇ ਦੇਗ ਤਿਆਰ ਕਰਵਾ ਕਰਕੇ ਗੁਰੂ ਘਰ ਆ ਰਹੇ ਹੋ। ਇੱਦਾਂ ਦੀ ਗੱਲਬਾਤ ਨਾ ਕਰਿਆ ਕਰੋ। ਇਹ ਤਾਂ ਉਹ ਲੋਕ ਕਰਦੇ ਨੇ ਜਿਨ੍ਹਾਂ ਨੇ ਚੋਰੀ ਚੋਰੀ ਜਾ ਕੇ ਹੱਥ ਵਿਖਾਉਣੇ ਹੁੰਦੇ, ਜਿਨ੍ਹਾਂ ਨੇ ਚੋਰੀ ਚੋਰੀ ਜਾ ਕੇ ਪੁੱਛਾਂ ਲੈਣੀਆਂ ਹੁੰਦੀਆਂ ਨੇ, ਉਹਨਾਂ ਨੂੰ ਡਰ ਹੁੰਦਾ ਹੈ। ਗੁਰੂ ਦੀ ਸੰਗਤ ਦੇ ਵਿੱਚ ਰੱਬ ਵਸਦਾ ਹੈ ਤੇ ਸੰਗਤ ਦੀ ਅਰਦਾਸ ਵਿੱਚ ਹੀ ਅਰਦਾਸ ਕਰਵਾਇਆ ਕਰੋ, ਤਾਂ ਜੋ ਸਾਡੇ ਕਾਰਜ ਸਫਲ ਹੋਣਗੇ। ਕਿਉਂਕਿ ਜੋ ਸੰਗਤ ਦੀ ਰੂਪ ਵਿੱਚ ਅਰਦਾਸ ਹੁੰਦੀ ਹੈ, ਇੱਥੇ ਪੰਜਾਂ ਪਿਆਰਿਆਂ ਦਾ ਵੀ ਦਸੌਂਦਾ ਨਿਕਲਦਾ ਹੈ, ਇੱਥੇ ਗ੍ਰੰਥੀ ਸੰਗਤ ਦੀ ਵੀ ਦੇਗ ਨਿਕਲਦੀ ਹੈ, ਤੇ ਇੱਥੇ ਪੂਰਨ ਮਰਿਆਦਾ ਅਨੁਸਾਰ ਭੋਗ ਲੱਗਦਾ ਹੈ। ਤੇ ਜਦੋਂ ਤੁਸੀਂ ਇਕੱਲੇ ਅਰਦਾਸ ਕਰਵਾਉਣੇ ਹੋ, ਕੇਵਲ ਕਿਰਪਾਨ ਹੀ ਭੇਟ ਕਰ ਸਕਦੇ ਹੋ, ਉਦੋਂ ਬਾਰ-ਬਾਰ ਪੰਜਾਂ ਪਿਆਰਿਆਂ ਦੀ ਜਿਹੜਾ ਦਸੌਂਦਾ ਉਹ ਨਹੀਂ ਕੱਢ ਸਕਦੇ, ਤੇ ਬਾਰ-ਬਾਰ ਸਤਿਗੁਰਾਂ ਤੋਂ ਹੁਕਮਨਾਮਾ ਨਹੀਂ ਲੈ ਸਕਦੇ ਅਸੀਂ ਕਿ ਦਿਨ ਦੇ ਵਿੱਚ ਕੋਈ 10 ਜਾਣੇ ਆ ਜਾਣ ਤੇ 10 ਨੂੰ ਹੀ ਹੁਕਮਨਾਮਾ ਪੜ੍ਹ ਕੇ ਸੁਣਾ ਦਈਏ। ਹੁਕਮਨਾਮਾ ਇੱਕੋ ਹੀ ਹੁੰਦਾ ਜੋ ਅੰਮ੍ਰਿਤ ਵੇਲੇ ਆ ਜਾਵੇ। ਇਸ ਪ੍ਰਕਾਰ ਫਿਰ ਉਹ ਸਾਰੇ ਦਿਨ ਵਿੱਚ ਉਹ ਲਾਗੂ ਹੁੰਦਾ ਹੈ। ਜਿਹੜਾ ਰਾਜਾ ਹੈ ਉਹ ਇੱਕੋ ਵਾਰ ਹੁਕਮ ਸੁਣਾਉਂਦਾ ਹੈ ਤੇ ਸਾਰੀ ਪ੍ਰਜਾ ਸਿਰ ਝੁਕਾ ਕੇ ਮੰਨਦੀ ਹੈ। ਤੇ ਅਸੀਂ ਵੀ ਇਹਨਾਂ ਗੱਲਾਂ ਦੇ ਧਾਰਨੀ ਹੋਈਏ, ਆਪਣੀ ਮਨਮਰਜ਼ੀ ਦੇ ਨਾਲ ਘਰੋਂ ਦੇਗ ਬਣਾ ਕੇ ਨਾ ਲਿਆਈਏ ਜੀ। ਨਾ ਤਾਂ ਸਾਡੀ ਉਹਨੇ ਸੱਚ ਪਵਿੱਤਰਤਾ ਹੁੰਦੀ ਹੈ ਤੇ ਨਾ ਹੀ ਗਲੀਆਂ ਦੇ ਵਿੱਚ ਉਹ ਮਰਿਆਦਾ ਰਹਿੰਦੀ ਹੈ। ਭਾਵੇਂ ਥੋੜੇ ਤੋਂ ਥੋੜਾ ਪਾਈਏ ਤੋਂ ਵੀ ਥੋੜਾ ਰਾਸ਼ਨ ਗੁਰੂ ਘਰ ਫੜਾਇਆ ਕਰੋ, ਜਿੰਨੀ ਸਮਰੱਥਾ ਹੁੰਦੀ ਹੈ। ਦੇਗ ਇੱਥੇ ਤਿਆਰ ਕਰਵਾ ਕੇ ਸੰਗਤ ਦੇ ਰੂਪ ਵਿੱਚ ਅਰਦਾਸ ਕਰਵਾਇਆ ਕਰੋ, ਤਾਂ ਜੋ ਹੁਕਮਨਾਮੇ ਹੋਣ, ਸਾਨੂੰ ਪਤਾ ਲੱਗੇ ਕਿ ਸਤਿਗੁਰੂ ਜੀ ਨੇ ਸਾਨੂੰ ਹੁਕਮ ਕੀ ਦਿੱਤਾ। ਪੰਜਾਂ ਪਿਆਰਿਆਂ ਦੀ ਦੇਗ ਨਿਕਲੇ, ਗ੍ਰੰਥੀ ਸਿੰਘ ਦੀ ਦੇਗ ਨਿਕਲੇ, ਤੇ ਜਿਹੜੀ ਦੇਗ ਹੈ ਉਹ ਸੰਗਤ ਵਿੱਚ ਵਰਤੇ। ਸੰਗਤ ਦੇ ਵਿੱਚ ਜਦੋਂ ਦੇਗ ਵਰਤਦੀ ਹੈ ਨਾ ਸੰਗਤ ਜੀ, ਜਿਵੇਂ ਜਿਵੇਂ ਦੇਗ ਵੰਡੀ ਜਾਂਦੀ ਹੈ, ਉਵੇਂ ਉਵੇਂ ਸਾਡਾ ਦੁੱਖ ਵੀ ਵੰਡਿਆ ਜਾਂਦਾ ਹੈ। ਤੇ ਕਹਿੰਦੇ ਦੁੱਖ ਵੰਡਾਇਆ ਕਰਦਾ ਹੈ। ਤੇ ਜਿਵੇਂ ਜਿਵੇਂ ਦੇਗ ਵੰਡੀ ਜਾਂਦੀ ਹੈ, ਉਵੇਂ ਉਵੇਂ ਸਾਡੀ ਖੁਸ਼ੀ ਵੀ ਵੰਡੀ ਜਾਂਦੀ ਹੈ। ਤੇ ਖੁਸ਼ੀ ਜਿੰਨੀ ਵੰਡੀ ਹੈ ਉਨੀ ਵੱਧਦੀ ਹੈ ਸੰਗਤ ਦੀ। ਇਸ ਪ੍ਰਕਾਰ ਇਹ ਗੱਲ ਆਪਣੇ ਪੱਲੇ ਜ਼ਰੂਰ ਬੰਨੋ। ਜਿਹੜੀ ਦੇਗ ਉਹ ਗੁਰੂ ਘਰ ਰਾਸ਼ਨ ਫੜਾ ਕੇ ਕਰਵਾਇਆ ਕਰੋ, ਆਪਣੇ ਘਰੋਂ ਆਪਣੀ ਮਰਜ਼ੀ ਦੇ ਨਾਲ ਡੋਲੂਆਂ ਚਵਾ ਕੇ ਨਾ ਲਿਆਇਆ ਕਰੋ। ਇਹ ਨਿਮਰਤਾ ਸਹਿਤ ਬੇਨਤੀ ਹੈ। ਬਾਕੀ ਭਾਈ ਸਾਡਾ ਕੰਮ ਤਾਂ ਦੱਸਣਾ ਹੈ, ਜੋ ਹੁਣ ਤੱਕ ਸਿੱਖਿਆ ਇੱਥੋਂ ਪ੍ਰਾਪਤ ਹੋ ਰਹੀ ਹੈ, ਕਥਾ ਆਪਾਂ ਸੁਣ ਰਹੇ ਹਾਂ, ਕਰ ਰਹੇ ਹਾਂ, ਉਸੇ ਅਨੁਸਾਰ ਦੱਸ ਰਹੇ ਹਾਂ। ਬਾਕੀ ਆਪ ਜੀਆਂ ਦੀ ਮਰਜ਼ੀ, ਜਿਵੇਂ ਆਪ ਜੀਆਂ ਨੂੰ ਚੰਗਾ ਲੱਗੇ ਉਸੇ ਅਨੁਸਾਰ ਹੀ ਇਹ ਜਿਹੜੀ ਗੁਰੂ ਘਰ ਦੀ ਮਰਿਆਦਾ ਇਹ ਚੱਲਣੀ ਹੈ। ਕਿਉਂਕਿ ਸਾਰੀਆਂ ਸੰਗਤਾਂ ਦੇ ਸੰਯੋਗ ਦੇ ਨਾਲ ਹੀ ਗੁਰੂ ਘਰ ਦੀਆਂ ਮਰਿਆਦਾ ਕਾਇਮ ਰਹਿੰਦੀਆਂ ਨੇ। ਤੇ ਜੇਕਰ ਅਸੀਂ ਮਨਮਰਜ਼ੀਆਂ ਕਰਾਂਗੇ ਤੇ ਗੁਰੂ ਘਰ ਦੀ ਮਰਿਆਦਾ ਤਾਂ ਹੀ ਠੇਸ ਪਹੁੰਚੇਗੀ। ਇਹ ਬੇਨਤੀਆਂ ਪ੍ਰਵਾਨ ਕਰਨੀਆਂ, ਇੱਥੇ ਹੀ ਵਿਸ਼ਰਾਮ ਲੈਂਦੇ ਹਾਂ। ਇਸ ਪ੍ਰਕਾਰ ਮਹਾਰਾਜ ਨਗਰ ਦਿਆਂ ਲੋਕਾਂ ਨੂੰ ਵਹਿਮਾਂ ਭਰਮਾਂ ਚੋਂ ਕੱਢਦੇ ਹੋਏ ਮਹਾਰਾਜ ਕਹਿੰਦੇ ਨੇ, ਭਾਈ
ਦੁੱਖ ਦਾ ਸਮਾਂ ਆਵੇ ਤੇ ਅਰਦਾਸ ਦੇਗ ਤਿਆਰ ਕਰਵਾ ਕਰਕੇ ਸਾਰਾ ਨਗਰ ਖੜ ਕੇ ਕਰੋ ਅਰਦਾਸ ਬੇਨਤੀ, ਫਿਰ ਬਰਸਾਤ ਹੋਵੇਗੀ। ਇੱਥੋਂ ਤੱਕ ਕਥਾ ਵਿਚਾਰਾਂ ਆਈਆਂ ਨੇ। ਜਿਸ ਪ੍ਰਕਾਰ ਅੱਗੇ ਕੋਈ ਇਤਿਹਾਸ ਆਵੇਗਾ ਕੱਲ੍ਹ ਦੀਆਂ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਗੁਰੂ ਦਾ ਇਤਿਹਾਸ, ਗੁਰੂ ਦਾ ਸ਼ਬਦ ਜਾਣ ਕੇ ਹਿਰਦਿਆਂ ਵਿੱਚ ਵਸਾਉਣ, ਤਾਂ ਜੋ ਸਾਡਾ ਵੀ ਲੋਕ ਅਤੇ ਪਰਲੋਕ ਸਬਰ ਸਕੇ। ਆਓ ਆਨੰਦ ਸਾਹਿਬ ਦੀ ਗੁਰਬਾਣੀ ਨਾਲ ਜੁੜੀ ਸਮਾਪਤੀ ਕਰੀਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਦਾ ਪਾਇਆ ਸਹਿਜ ਸਿੱਧੀ ਮਨ ਵਜੀਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣਿਆ। ਸਤਿਗੁਰ ਦਾ ਗਾਵਨ ਹਰਿ ਕੇਰਾ ਮਨ ਜਿਨੀ ਵਸਾਇਆ। ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ। ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਆ ਮਨ ਵਿਸਾਰੇ। ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਧੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੈ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਲੀਰੇ। ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਸ਼ਾਂਤ ਸੁਖ ਮਨ ਆਇ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਬਿਟਹੁ ਜਿਸ ਦੀਆਂ ਇਹ ਵਡਿਆਈਆਂ। ਕਹ ਨਾਨਕ ਸੁਣੋ ਸੰਤ ਹੋ ਸਤਿ ਧਰਮ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਔਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕਰ ਲਾਗੇ। ਕਹ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ। ਆਨੰਦ ਸੁਨਹੁ ਵਡ ਭਾਗੀ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭਾਏ ਸਾਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਟੂਰੇ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਦਿਵਸ ਰਾਤ ਦੁਇ ਦਾਈ ਕਾਇਆ ਖੇਲਾ ਸਗਲ ਜਗਤ। ਚੰਗਿਆਈਆ ਬੁਰਿਆਈਆ ਵਾਚਾ ਧਰਮ ਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੇ ਨਾਮ ਤੇ ਆਇਆ ਗਏ ਮੁਸਕਤ ਕਾਲ। ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ। ਜਿਨੇ ਨਾਮ ਤੇ ਆਇਆ